ਹੈਲੋ ਐਂਡ ਵੈਲਕਮ। ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਲੇਟੈਸਟ ਅਪਡੇਟਸ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਗੱਲ ਕੈਨੇਡਾ ਦੀ ਵੀ ਕਰਾਂਗੇ। ਪ੍ਰੋਸੈਸਿੰਗ ਟਾਈਮ ਬੜਾ ਫਾਸਟ ਚੱਲ ਰਿਹਾ ਹੈ। ਕਿਸ ਤਰ੍ਹਾਂ ਦੀ ਪ੍ਰੋਫਾਈਲਸ ਦੇ ਫਟਾਫਟ ਵੀਜ਼ਾ ਲੱਗ ਕੇ ਆ ਰਹੇ ਨੇ, ਨਾਲ ਦੀ ਨਾਲ ਸਕਾਲਰਸ਼ਿਪਸ ਤੁਸੀਂ ਕਿਵੇਂ ਹਾਸਲ ਕਰ ਸਕਦੇ ਹੋ, ਔਰ ਸਪੈਸ਼ਲੀ ਆਪਾਂ ਇੱਕ ਖਾਸ ਸੈਮੀਨਾਰ ਦਾ ਵੀ ਜ਼ਿਕਰ ਕਰਾਂਗੇ ਜਿਸ ਦੇ ਵਿੱਚ ਪਹੁੰਚ ਕੇ ਤੁਹਾਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਜੇਕਰ ਤੁਸੀਂ ਕੈਨੇਡਾ ਸਟੱਡੀ ਵੀਜ਼ਾ ਬਾਰੇ ਸੋਚ ਰਹੇ ਹੋ। ਨਾਲ ਦੀ ਨਾਲ ਆਪਾਂ ਆਸਟ੍ਰੇਲੀਆ, US, ਨਿਊਜ਼ੀਲੈਂਡ ਆਲਮੋਸਟ ਜਿੰਨੀਆਂ ਵੀ ਕੁਐਰੀਜ਼ ਰਹਿੰਦੀਆਂ ਨੇ ਸਟੂਡੈਂਟਸ ਦੀਆਂ, ਉਹ ਸਾਰੇ ਹੀ ਸਵਾਲਾਂ ਦੇ ਜਵਾਬ ਸ਼ੋਅ ਵਿੱਚ ਤੁਹਾਡੇ ਨਾਲ ਅਸੀਂ ਸ਼ਾਮਿਲ ਕਰਾਂਗੇ ਅੱਜ। ਤੇ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਜਸਮੀਤ ਭਾਟੀਆ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਜੇਕਰ ਸਰ ਆਪਾਂ ਗੱਲ ਕਰਦੇ ਹਾਂ ਲੇਟੈਸਟ ਅਪਡੇਟਸ ਦੀ, ਕੈਨੇਡਾ ਦੀ ਗੱਲ ਕਰ ਰਹੇ ਹਾਂ, ਹੁਣ ਆਪਾਂ ਦੇਖ ਰਹੇ ਹਾਂ ਬਹੁਤ ਤੇਜ਼ੀ ਦੇ ਨਾਲ ਜੋ ਹੈ ਵੀਜ਼ਾ ਰਿਜ਼ਲਟਸ ਆ ਹੀ ਰਹੇ ਨੇ। ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੂੰ ਹੁਣ ਬੈਸਟ ਮੰਨ ਰਹੇ ਹੋ ਕਿ ਇਹ ਮੌਕਾ ਨਾ ਗਵਾਉਣ, ਫਟਾਫਟ ਅਪਲਾਈ ਕਰਕੇ ਆਪਣਾ ਪ੍ਰੋਸੈਸ ਸ਼ੁਰੂ ਕਰਾਉਣ ਤੇ ਵੀਜ਼ਾ ਹਾਸਲ ਕਰਨ? ਸੋ ਫਸਟ ਆਫ ਆਲ ਤਾਂ ਇਹ ਜਿਹੜਾ ਫੈਬਰਰੀ ਦਾ ਮਹੀਨਾ ਗਿਆ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕੈਨੇਡਾ ਐਮਬੈਸੀ ਨੇ ਘੱਟੋ ਘੱਟ ਨਹੀਂ ਤਾਂ 7 ਤੋਂ 8 ਹਜ਼ਾਰ ਵੀਜ਼ਾ ਅਪਰੂਵ ਕੀਤੇ ਹੋਣਗੇ, ਸ਼ਾਇਦ ਜ਼ਿਆਦਾ ਹੀ ਕੀਤੇ ਹੋਣ, ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ 225 ਪਲੱਸ ਵੀਜ਼ਾਜ਼ ਲੱਗ ਕੇ ਆਏ ਨੇ। ਡੇਲੀ ਬੇਸਿਸ ਤੇ ਤੁਸੀਂ ਸਾਡਾ YouTube ਚੈਨਲ ਦੇਖ ਸਕਦੇ ਹੋ, ਇੰਸਟਾਗ੍ਰਾਮ ਤੇ ਦੇਖ ਸਕਦੇ ਹੋ ਕਿ ਐਵਰੇਜਲੀ ਡੇਲੀ ਸਾਡੇ 15 ਤੋਂ ਵੀ ਵੱਧ ਵੀਜ਼ਾ ਸਟੈਂਪ ਹੋ ਕੇ ਆਏ ਨੇ, ਚਾਹੇ ਉਹ ਵਿਜ਼ਿਟਰ ਵੀਜ਼ਾ ਹੈ, ਚਾਹੇ ਉਹ ਡਿਪੈਂਡੈਂਟ ਵੀਜ਼ਾ ਹੈ यानी कि स्पाउस वीज़ा है या वो स्टडी वीज़ा है। तो सारे ही कैटेगरीज़ ਨੂੰ ਇਸ ਟਾਈਮ ਕੈਨੇਡਾ ਹਾਈ ਕਮਿਸ਼ਨ ਬਹੁਤ ਜ਼ਿਆਦਾ ਪੋਜ਼ਿਟਿਵ ਰਿਜ਼ਲਟ ਦੇ ਰਿਹਾ। ਸੋ ਇਹ ਸਮਾਂ ਜਿਹੜਾ ਹੈਗਾ ਉਹ ਬਹੁਤ ਵਧੀਆ ਹੈ, ਔਰ ਮੈਨੂੰ ਲੱਗਦਾ ਕਿ ਜਿਹੜਾ ਟਰਨ ਅਰਾਊਂਡ ਟਾਈਮ ਹੈ, ਸੋ ਜਿਹੜਾ ਟਰਨ ਅਰਾਊਂਡ ਟਾਈਮ ਹੈ ਉਹ ਵੀ ਬਹੁਤ ਘੱਟ ਹੋ ਗਿਆ। ਸਾਡੇ ਕੋਲ 7 ਦਿਨ ਦੇ ਅੰਦਰ ਅੰਦਰ ਸਟੱਡੀ ਵੀਜ਼ਾ ਦੀ ਅਪਰੂਵਲਸ ਆ ਰਹੀਆਂ ਬਹੁਤ ਜ਼ਿਆਦਾ, ਔਰ ਟੂਰਿਸਟ ਵੀਜ਼ਾ ਦੀ ਅਪਰੂਵਲਸ ਵੀ 15 ਤੋਂ 20 ਦਿਨ ਦੇ ਆ ਰਹੀਆਂ। ਹੁਣੇ ਸਾਡੇ ਕੋਲ ਲੇਟੈਸਟ ਡਿਪੈਂਡੈਂਟ ਵੀਜ਼ਾ ਦੀ ਜਿਹੜੀ ਅਪਰੂਵਲ ਹੈ ਉਹ 12 ਦਿਨ ਦੇ ਅੰਦਰ ਆਈ ਹੈ। ਸੋ ਇਸ ਟਾਈਮ 'ਤੇ ਬਹੁਤ ਜ਼ਿਆਦਾ ਅਪਰੂਵਲਸ ਤੇਜ਼ੀ ਦੇ ਨਾਲ ਆ ਰਹੀਆਂ। ਸੋ ਸਟੂਡੈਂਟਸ ਔਰ ਜਿੰਨੇ ਵੀ ਟੂਰਿਸਟ ਵੀਜ਼ਾ ਲਗਾਉਣਾ ਜਾਂ ਡਿਪੈਂਡੈਂਟ ਵੀਜ਼ਾ ਲਗਾਉਣਾ, ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਚੁੱਕਣਾ ਚਾਹੀਦਾ। ਹੁਣ ਰਹੀ ਗੱਲ ਪ੍ਰੋਫਾਈਲਸ ਦੀ, ਸੋ ਪ੍ਰੋਫਾਈਲ ਓਵਰਆਲ 50% 6 ਈਚ ਬੈਂਡ। ਸੋ ਜੇ ਤੁਹਾਡੇ ਈਚ 'ਚ 50 ਹੈਗੇ ਆ ਤਾਂ ਇਟ ਇਜ਼ ਬੈਸਟ ਫॉर ਯੂ, ਬਿਕੋਜ਼ ਈਚ 50 ਐਂਡ 6 ਈਚ ਇਜ਼ ਵੈਰੀ ਪੋਜ਼ਿਟਿਵ ਪ੍ਰੋਫਾਈਲ। ਸੋ ਇਹੀ ਪ੍ਰੋਫਾਈਲ ਹੈ। ਜੇ ਤੁਹਾਡੇ ਇੱਕ 'ਚ 5.5 ਬੈਂਡ ਹੈਗੇ ਆ ਤਾਂ 50-50 ਚਾਂਸ ਹੈ ਵੀਜ਼ਾ ਦਾ, ਬਟ ਜੇ ਇੱਕ 'ਚੋਂ 5.5 ਦੇ ਬਾਵਜੂਦ ਵੀ ਤੁਸੀਂ ਆਪਣਾ ਕੇਸ ਪ੍ਰੋਸੀਡ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇੱਕ ਸਰਕਾਰੀ ਕਾਲਜ 'ਚ ਹੀ ਪ੍ਰੋਸੀਡ ਕਰੋ, ਉਸ ਤੋਂ ਇਲਾਵਾ ਆਪਣਾ ਕੇਸ ਪ੍ਰੋਸੀਡ ਨਾ ਕਰੋ, ਬਿਕੋਜ਼ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਇਹੀ ਐਡਵਾਈਜ਼ ਕਰੇਗੀ ਕਿ 6 ਈਚ ਓਵਰਆਲ 50% ਬੈਂਡ +2 ਪਾਸ, ਐਂਡ ਸੇਮ ਫॉर ਗ੍ਰੈਜੂਏਸ਼ਨ 6 ਈਚ ਦੇ ਨਾਲ ਗ੍ਰੈਜੂਏਸ਼ਨ ਵਾਲੇ ਸਟੂਡੈਂਟਸ ਵੀ ਅਪਲਾਈ ਕਰ ਸਕਦੇ ਆ। ਸੋ 6 ਈਚ ਦੇ ਨਾਲ ਅਲਗੋਮਾ ਯੂਨੀਵਰਸਿਟੀ ਹੀ ਸਿਰਫ ਜਿਹੜੀ ਕਿ ਲੈਂਡਮਾਰਕ ਇਮੀਗ੍ਰੇਸ਼ਨ ਐਕਸਕਲੂਸਿਵਲੀ ਰਿਪਰੈਜ਼ੈਂਟ ਕਰਦਾ ਪੂਰੇ ਨਾਰਥ ਇੰਡੀਆ 'ਚ। ਸੋ ਅਲਗੋਮਾ ਯੂਨੀਵਰਸਿਟੀ 6 ਈਚ ਦੇ ਨਾਲ ਤੁਸੀਂ ਪੋਸਟ ਗ੍ਰੈਜੂਏਟ ਡਿਪਲੋਮਾਸ ਲੈ ਸਕਦੇ ਹੋ, ਔਰ ਅਲਗੋਮਾ ਯੂਨੀਵਰਸਿਟੀ ਡਾਇਰੈਕਟਲੀ ਲੈਂਡਮਾਰਕ ਇਮੀਗ੍ਰੇਸ਼ਨ ਹੀ ਰਿਪਰੈਜ਼ੈਂਟ ਕਰਦਾ, ਬਿਕੋਜ਼ ਹੋਰ ਕੋਈ ਵੀ ਇਹਨਾਂ ਨਾਲ ਡਾਇਰੈਕਟਲੀ ਕੰਮ ਨਹੀਂ ਕਰਦਾ। ਸੋ ਜੇ ਤੁਸੀਂ ਅਲਗੋਮਾ ਯੂਨੀਵਰਸਿਟੀ 'ਚ ਅਪਲਾਈ ਕਰਨਾ ਚਾਹੁੰਦੇ ਹੋ, ਨੋਰਮਲੀ ਕਾਫੀ ਸਾਰੇ ਬੱਚੇ ਇੱਦਾਂ ਦੇ ਹੈਗੇ ਜਿਨ੍ਹਾਂ ਦੇ ਬੈਚਲਰ ਤੋਂ ਬਾਅਦ 6.5 ਬੈਂਡ ਨਹੀਂ ਹੈਗੇ, ਉਹਨਾਂ ਦੇ 6 ਈਚ ਹੁੰਦੇ ਆ, ਤਾਂ ਤੁਸੀਂ ਅਲਗੋਮਾ ਯੂਨੀਵਰਸਿਟੀ 'ਚ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰੋਗਰਾਮਸ ਲੈ ਸਕਦੇ ਹੋ। ਸੋ ਅਲਗੋਮਾ ਯੂਨੀਵਰਸਿਟੀ ਪਬਲਿਕ ਯੂਨੀਵਰਸਿਟੀ ਹੈ, 65 ਸਾਲ ਪੁਰਾਣੀ ਸਰਕਾਰੀ ਯੂਨੀਵਰਸਿਟੀ ਹੈ, ਸੋ ਟੈਨਸ਼ਨ ਦੀ ਕੋਈ ਲੋੜ ਨਹੀਂ। ਸਾਡੇ ਕੋਲ ਜਨਵਰੀ ਇਨਟੇਕ 'ਚ ਅਲਗੋਮਾ ਦੇ ਮੋਰ ਦੈਨ 200 ਪਲੱਸ ਵੀਜ਼ਾਜ਼ ਅਪਰੂਵ ਹੋ ਕੇ ਆਏ ਨੇ, ਔਰ ਜਨਵਰੀ ਇਨਟੇਕ ਵੀ ਬਹੁਤ ਵਧੀਆ ਗਿਆ, ਬਹੁਤ ਜ਼ਿਆਦਾ ਅਪਰੂਵਲਸ ਆਈਆਂ। ਸੋ ਸਟੂਡੈਂਟਸ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਏ ਮੈਨੂੰ ਲੱਗਦਾ ਕਿ ਕੈਨੇਡਾ ਇੱਕ ਟੌਪ ਡੈਸਟੀਨੇਸ਼ਨ ਹੈ ਅੱਜ ਦੀ ਡੇਟ 'ਚ, ਖਾਸ ਕਰਕੇ ਜੇ ਨਾਰਥ ਇੰਡੀਅਨ ਸਟੂਡੈਂਟਸ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ। ਜੀ ਬਿਲਕੁਲ। ਬਾਕੀ ਜਿੰਨੇ ਵੀ ਦਰਸ਼ਕ ਸਾਡੇ ਸ਼ੋਅ ਨਾਲ ਜੁੜੇ ਹੋਏ ਨੇ, ਸਟੂਡੈਂਟਸ ਨੂੰ ਖਾਸ ਤੌਰ ਤੇ ਕਹਿਣਾ ਚਾਹਾਂਗੇ ਕਿ ਤੁਹਾਡਾ ਆਪਣਾ ਅਗਰ ਕੋਈ ਸਵਾਲ ਹੈ, ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ, ਇਸ ਨੰਬਰ ਤੇ ਤੁਸੀਂ ਕਾਲ ਕਰੋ, ਲੈਂਡਮਾਰਕ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਸੰਪਰਕ ਕਰੋ ਤਾਂ ਕਿ ਟਾਈਮਲੀ ਤੁਹਾਨੂੰ ਰਾਈਟ ਆਪਸ਼ਨ ਦਾ ਪਤਾ ਚੱਲ ਸਕੇ ਤੇ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕੋ। ਸੋ ਸਰ, ਜਿਵੇਂ ਤੁਸੀਂ ਗੱਲ ਕੀਤੀ 6 ਈਚ ਦੀ ਗੱਲ ਕਰਦੇ ਹੋ, ਯਾਨੀ SDS ਦੀ ਆਪਾਂ ਗੱਲ ਕਰਦੇ ਹਾਂ, ਪਰ ਜੇ PT ਵਾਲੇ ਸਟੂਡੈਂਟਸ ਦੀ ਆਪਾਂ ਗੱਲ ਕਰੀਏ, ਉਹਨਾਂ ਦਾ ਸਕਸੈਸ ਰੇਟ ਕਿਵੇਂ ਦਾ ਦੇਖਣ ਨੂੰ ਮਿਲ ਰਿਹਾ? ਸੋ PT ਦੇਖੋ, ਜਿੰਨੇ ਚੰਗੇ ਤੁਹਾਡੇ ਨੰਬਰ ਹੋਣਗੇ PT 'ਚ ਤਾਂ ਹੀ ਵੀਜ਼ਾ ਦੇ ਚਾਂਸ ਬਣਨਗੇ, ਬਿਕੋਜ਼ ਜੇ PT 50-51 ਤੇ ਆਪਾਂ ਕੈਨੇਡਾ ਵੀਜ਼ਾ ਲੈਣ ਦੀ ਗੱਲ ਕਰਦੇ ਹਾਂ ਤਾਂ ਵੀਜ਼ਾ ਚਾਂਸ ਬਹੁਤ ਘੱਟ ਹੈਗਾ। ਸੋ PT 51 ਤੇ ਵੀਜ਼ਾ ਚਾਂਸ ਬਹੁਤ ਘੱਟ ਹੈ, ਕਿਉਂਕਿ ਬਹੁਤ ਅੱਜ ਵੀ ਮੇਰੇ ਕੋਲ ਇੱਕ ਬੱਚਾ ਆਇਆ ਸੀ, ਉਹਦੇ PT 52 ਸੀ ਔਰ ਪਰਸੈਂਟੇਜ ਵੀ ਬਹੁਤ ਘੱਟ ਸੀ। ਸੋ ਜੇ ਦੋਨੋਂ ਚੀਜ਼ਾਂ ਮਾੜੀਆਂ ਹੋਣਗੀਆਂ ਤਾਂ ਵੀਜ਼ਾ ਦੇ ਚਾਂਸ ਘੱਟ ਹੀ ਰਹਿਣਗੇ। ਸੋ ਜੋ PT ਤੁਹਾਡੀ 57 ਹੈ, 58 ਹੈ ਔਰ ਪਰਸੈਂਟੇਜ ਤੁਹਾਡੀ 70% ਹੈ ਤਾਂ ਵੀਜ਼ਾ ਚਾਂਸ ਚੰਗੇ ਬਣ ਸਕਦੇ ਆ। ਬਿਕੋਜ਼ ਜੇ ਤੁਸੀਂ ਮੈਨੂੰ ਕਹੋਗੇ ਮੇਰਾ 10 ਸਾਲ ਦਾ ਗੈਪ ਹੈ ਔਰ ਮੈਂ ਹੁਣ PT ਕਰਕੇ ਕੈਨੇਡਾ ਜਾ ਸਕਦਾ, ਤਾਂ ਵੀਜ਼ਾ ਚਾਂਸ 50-50 ਰਹਿਣਗੇ, ਬਿਕੋਜ਼ ਨॉन SDS ਪ੍ਰੋਫਾਈਲ ਹੈ ਤੁਹਾਡੀ, ਉਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ 'ਚ ਗੈਪ ਹੈ, ਫਿਰ ਤੁਸੀਂ PT ਕੀਤੀ ਹੈ, ਫਿਰ ਤੁਹਾਡੀ ਪਰਸੈਂਟੇਜ ਵੀ ਮਾੜੀ ਹੈ। ਸੋ ਉਹਨਾਂ ਕੇਸਿਸ 'ਚ ਮੈਂ ਉਹਨੂੰ ਕਹਾਂਗਾ ਜੇ ਉਹ ਚਾਂਸ ਲੈਣਾ ਚਾਹੁੰਦੇ ਆ ਤਾਂ ਬੇਸ਼ੱਕ ਲੈ ਸਕਦੇ ਆ, ਬਟ ਵੀਜ਼ਾ ਚਾਂਸ ਘੱਟ ਰਹਿਣਗੇ।
ਠੀਕ ਹੈ, ਤੇ ਪੀਟੀ ਵਾਲੇ ਕੀ ਹੁਣ ਮੇ ਇਨਟੇਕ ਲਈ ਹੁਣ ਅਪਲਾਈ ਕਰ ਸਕਦੇ ਨੇ, ਹਲੇ ਗੁੰਜਾਇਸ਼ ਹੈ? ਸੋ ਮਈ ਇਨਟੇਕ 'ਚ ਹਲੇ ਬਹੁਤ ਸਾਰੇ ਸਰਕਾਰੀ ਕਾਲਜਿਸ ਓਪਨ ਹੈ, ਈਵਨ ਹੰਬਰ ਕਾਲਜ ਓਪਨ ਹੋ ਚੁੱਕਿਆ ਮਈ ਇਨਟੇਕ ਵਾਸਤੇ। ਸੋ ਹੰਬਰ ਕਾਲਜ ਜਿਹੜੀ ਆਫਰ ਹੈ ਤੁਹਾਨੂੰ 3 to 4 ਡੇਜ਼ ਦੇ ਅੰਦਰ ਮਿਲ ਜਾਏਗੀ। ਸੋ ਹੰਬਰ ਕਾਲਜ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ, ਟੋਰਾਂਟੋ ਵਿੱਚ ਹੈਗਾ। ਔਰ ਜੇ ਤੁਸੀਂ ਹੰਬਰ ਕਾਲਜ 'ਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਮਈ ਇਨਟੇਕ ਲਈ ਓਪਨ ਹੈ। ਕੋਨਸਟੋਗਾ ਕਾਲਜ ਓਪਨ ਹੈ, ਹੋਰ ਵੀ ਬਹੁਤ ਸਾਰੇ ਸਰਕਾਰੀ ਕਾਲਜ ਹੈ ਜਿਨ੍ਹਾਂ ਦੀਆਂ ਕੁਝ ਸੀਟਸ ਮਈ ਲਈ ਵੀ ਓਪਨ ਹੋ ਚੁੱਕੀਆਂ। ਔਰ ਜੇ ਤੁਸੀਂ ਕਹੋ ਕਿ ਤੁਹਾਨੂੰ ਇੱਕ ਅਫੋਰਡੇਬਲ ਕਾਲਜ ਚਾਹੀਦਾ, ਜਿਹਨੂੰ ਕਿ ਤੁਸੀਂ ਕਹੋਗੇ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਇੱਕ ਅਫੋਰਡੇਬਲ ਕਾਲਜ ਦਾ ਜ਼ਰੂਰ ਸਾਰਿਆਂ ਨੂੰ ਹੁੰਦਾ ਕਿ ਮੈਨੂੰ ਘੱਟ ਫੀਸ ਵਾਲਾ ਕਾਲਜ ਚਾਹੀਦਾ ਹੈ, ਤਾਂ ਸਪਟੈਂਬਰ ਇਨਟੇਕ 'ਚ ਨਿਊ ਬਰੂਨਜ਼ਵਿਕ ਕਮਿਊਨਿਟੀ ਕਾਲਜ ਜਿਹਦੀ ਫੀਸ $9500 ਹੈ, ਤੁਸੀਂ ਉਹਦੇ 'ਚ ਅਪਲਾਈ ਕਰ ਸਕਦੇ ਹੋ। $9500 ਮਤਲਬ 6 ਲੱਖ 6.5 ਲੱਖ ਤੁਹਾਡੀ ਫੀਸ ਰਹੇਗੀ ਸਾਲ ਦੀ, ਸਮੈਸਟਰ ਦੀ ਨਹੀਂ। ਵੈਸੇ ਜਿਹੜੇ ਓਨਟਾਰੀਓ 'ਚ ਜਿੰਨੇ ਕਾਲਜ ਹੈ ਉਹਨਾਂ ਦੀ 6 ਲੱਖ ਫੀਸ ਸਮੈਸਟਰ ਦੀ ਹੈ। ਸੋ 6.5 ਲੱਖ ਸਾਲ ਦੀ ਫੀਸ ਰਹੇਗੀ। ਤੁਸੀਂ ਨਿਊ ਬਰੂਨਜ਼ਵਿਕ ਕਮਿਊਨਿਟੀ ਕਾਲਜ 'ਚ ਬੇਸ਼ੱਕ ਅਪਲਾਈ ਕਰ ਸਕਦੇ ਹੋ। ਇਸ ਟਾਈਮ 'ਤੇ ਸਪਟੈਂਬਰ ਇਨਟੇਕ ਲਈ ਕਾਫੀ ਸਾਰੇ ਪ੍ਰੋਗਰਾਮਸ ਓਪਨ ਹੋ ਚੁੱਕੇ ਨੇ ਨਿਊ ਬਰੂਨਜ਼ਵਿਕ ਕਮਿਊਨਿਟੀ ਕਾਲਜ ਦੇ। ਠੀਕ ਹੈ, ਬਿਲਕੁਲ। ਤੇ ਸਰ ਕੁਝ ਸਟੂਡੈਂਟਸ ਦੇ ਸਵਾਲ ਰਹਿੰਦੇ ਨੇ, ਅੱਛੀ ਪ੍ਰੋਫਾਈਲਸ ਹੁੰਦੀਆਂ ਜਿਨ੍ਹਾਂ ਦੀਆਂ, ਕਿ ਕੀ ਅਸੀਂ ਅਪਲਾਈ ਕਰੀਏ ਕੈਨੇਡਾ ਲਈ, ਸਕਾਲਰਸ਼ਿਪ ਪ੍ਰੋਗਰਾਮਸ ਕੋਈ ਹੈ, ਸਾਨੂੰ ਸਕਾਲਰਸ਼ਿਪ ਮਿਲ ਸਕਦੀ ਹੈ? ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੂੰ ਤੁਸੀਂ ਕਹੋਗੇ ਕਿ ਉਹ ਸਕਾਲਰਸ਼ਿਪ ਲੈ ਸਕਦੇ ਆ? ਸੋ ਦੇਖੋ, ਕੁਝ ਕਾਲਜਿਸ ਹੀ ਸਕਾਲਰਸ਼ਿਪ ਦਿੰਦੇ ਆ, ਜਿਵੇਂ 'ਚੋਂ ਇੱਕ ਹੈਗਾ ਨਾਰਥ ਆਈਲੈਂਡ ਕਾਲਜ ਜਿਹੜਾ ਕਿ ਸਕਾਲਰਸ਼ਿਪ ਦਿੰਦਾ ਹੈ। ਜੇ ਤੁਹਾਡੇ 7.5 ਬੈਂਡ ਹੈ ਤਾਂ $1500 ਦੀ ਸਕਾਲਰਸ਼ਿਪ ਹੈ। ਜੇ ਤੁਹਾਡੇ 7 ਬੈਂਡ ਹੈ ਤਾਂ $1000 ਦੀ ਸਕਾਲਰਸ਼ਿਪ ਹੈ। ਜੇ ਤੁਹਾਡੇ 6.5 ਬੈਂਡ ਹੈ ਤਾਂ $500 ਦੀ ਸਕਾਲਰਸ਼ਿਪ ਹੈ। ਸੋ ਨਾਰਥ ਆਈਲੈਂਡ ਕਾਲਜ 'ਚ ਮੈਂ ਸਟੂਡੈਂਟਸ ਨੂੰ ਇਸ ਲਈ ਸੁਜੈਸਟ ਕਰ ਸਕਦਾ ਕਿ ਮੇਰੇ ਰੈਫਰੈਂਸ ਤੋਂ ਬਹੁਤ ਸਾਰੇ ਬੱਚੇ NIC ਪੜ੍ਹਨ ਗਏ ਐਂਡ ਦੇ ਗॉट देयर ਜੌਬ ਵਿਦਿਨ 3 to 4 ਡੇਜ਼ ਬਟ ਐਂਡ ਅ ਗੁੱਡ ਜੌਬ। ਔਰ ਕੁਝ ਸਟੂਡੈਂਟਸ ਨੇ 2-3 ਮਹੀਨੇ ਜੌਬ ਕੀਤੀ ਔਰ ਅੱਜ ਦੀ ਡੇਟ 'ਚ $19 $20 $21 ਘੰਟਾ ਲੈ ਰਹੇ ਨੇ, ਬਿਕੋਜ਼ ਉਹ ਸ਼ਹਿਰ 'ਚ ਇੱਕੋ ਹੀ ਕਾਲਜ ਹੈਗਾ। ਸੋ ਕਮੌਕਸ ਵੈਲੀ 'ਚ ਸਿਰਫ ਇੱਕੋ ਹੀ ਕਾਲਜ ਹੈਗਾ, ਨਾਰਥ ਆਈਲੈਂਡ ਕਾਲਜ, ਜਿੱਥੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਹਲੇ ਹੌਸਪਿਟੈਲਿਟੀ ਡਿਪਲੋਮਾ ਇਜ਼ ਓਪਨ, ਬਿਜ਼ਨਸ ਡਿਪਲੋਮਾ ਇਜ਼ ਓਪਨ, ਪੋਸਟ ਗ੍ਰੈਜੂਏਟ ਡਿਪਲੋਮਾਸ ਆਰ ਆਲਸੋ ਓਪਨ ਐਂਡ ਬਹੁਤ ਵਧੀਆ ਜੌਬਸ ਔਰ PR ਆਪਸ਼ਨਸ ਵੀ ਤੁਹਾਡੇ ਲਈ ਅਵੇਲੇਬਲ ਰਹਿਣਗੀਆਂ। ਸੋ ਮੇਰੀ ਸਟੂਡੈਂਟਸ ਨੂੰ ਸਾਰਿਆਂ ਨੂੰ ਐਡਵਾਈਜ਼ ਹੈ ਕਿ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਬ੍ਰਿਟਿਸ਼ ਕੋਲੰਬੀਆ 'ਚ ਐਂਡ BC-PNP ਦੇ ਅੰਡਰ ਤੁਸੀਂ PR ਵੀ ਲੈ ਸਕਦੇ ਹੋ, ਤਾਂ ਨਾਰਥ ਆਈਲੈਂਡ ਕਾਲਜ ਅੱਛੀ ਆਪਸ਼ਨ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਕੈਨੇਡਾ ਵੈਸਟ ਦੀ ਜੇ ਮੈਂ ਗੱਲ ਕਰਾਂ ਤਾਂ ਅਪ ਟੂ $20,000 ਦੀ ਸਕਾਲਰਸ਼ਿਪ ਯੂਨੀਵਰਸਿਟੀ ਕੈਨੇਡਾ ਵੈਸਟ ਦੇ ਰਹੀ ਹੈ। ਸੋ ਤੁਹਾਡੀ ਪਰਸੈਂਟੇਜ ਔਰ ਤੁਹਾਡੀ ਪ੍ਰੋਫਾਈਲ ਅਸੈਸਮੈਂਟ ਤੋਂ ਬਾਅਦ ਹੀ ਇਹ ਸਕਾਲਰਸ਼ਿਪ ਤੁਹਾਨੂੰ ਮਿਲੇਗੀ। ਇਸ ਤੋਂ ਤੁਹਾਡੀ ਅਸੈਸਮੈਂਟ ਯੂਨੀਵਰਸਿਟੀ ਕਰੇਗੀ ਐਂਡ ਡਿਪੈਂਡ ਕਰਦਾ ਅਪ ਟੂ 20,000, ਤੁਹਾਨੂੰ 10,000 ਦੀ ਮਿਲਦੀ ਹੈ, 15,000 ਦੀ ਮਿਲਦੀ ਹੈ। ਸੋ ਜੇ ਟੋਟਲ ਕੋਰਸ ਦੀ ਫੀਸ ਤੁਹਾਡੇ 40,000 ਹੈ ਤਾਂ 20,000 ਤੱਕ ਦੀ ਸਕਾਲਰਸ਼ਿਪ ਤੁਸੀਂ ਲੈ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਤਾਂ ਅਲਗੋਮਾ ਯੂਨੀਵਰਸਿਟੀ 90% ਪਲੱਸ ਹੈ ਬੱਚਾ, ਤੁਹਾਨੂੰ $5,000 ਦੀ ਸਕਾਲਰਸ਼ਿਪ ਹੈ। 80% ਪਲੱਸ ਹੈ ਬੱਚਾ ਤਾਂ $2,500 ਦੀ ਸਕਾਲਰਸ਼ਿਪ ਹੈ। ਇਹ ਸਾਲਾਨਾ ਸਕਾਲਰਸ਼ਿਪ ਹੈ। ਸੋ 3 ਸਾਲ ਦੀ ਬੈਚਲਰ ਡਿਗਰੀ ਹੈ ਤਾਂ $15,000 ਦੀ ਸਕਾਲਰਸ਼ਿਪ ਹੋ ਜਾਏਗੀ। ਜੇ 3 ਸਾਲ ਦੀ 2 ਸਾਲ ਦਾ ਕੋਰਸ ਹੈ ਤਾਂ ਇਹ $10,000 ਦੀ ਸਕਾਲਰਸ਼ਿਪ ਹੋ ਜਾਏਗੀ। ਸੋ ਸਾਲਾਨਾ ਜੇ 90% ਤੁਹਾਡੇ ਨੰਬਰ ਹੈਗੇ ਆ, 6 ਈਚ ਬੈਂਡ ਹੈ ਤਾਂ $5,000 ਦੀ ਸਕਾਲਰਸ਼ਿਪ। ਸੋ ਟੋਟਲ ਫੀਸ 21 ਹੈ ਤਾਂ 5 ਮਾਈਨਸ ਕਰਾਂਗੇ ਤਾਂ 16,000 ਫੀਸ ਰਹਿ ਜਾਏਗੀ। ਔਰ ਜੇ ਟੋਟਲ ਫੀਸ ਤੁਹਾਡੀ 80% ਤੋਂ ਉੱਤੇ ਹੈ ਤਾਂ $2,500 ਦੀ ਸਕਾਲਰਸ਼ਿਪ, ਔਰ ਜੇ 70% ਤੋਂ ਉੱਤੇ ਹੈ ਤਾਂ $1,000 ਦੀ ਸਕਾਲਰਸ਼ਿਪ। ਸੋ ਅਲਗੋਮਾ ਯੂਨੀਵਰਸਿਟੀ ਵੀ ਇਸ ਟਾਈਮ ਬਹੁਤ ਅੱਛੀ ਸਕਾਲਰਸ਼ਿਪ ਦੇ ਰਿਹਾ। ਸੋ ਸਟੂਡੈਂਟ ਜਿਹੜੇ 3 ਸਾਲ ਦੀ ਬੈਚਲਰ ਕਰਨਾ ਚਾਹੁੰਦੇ ਆ, ਪੋਸਟ ਗ੍ਰੈਜੂਏਟ ਡਿਪਲੋਮਾ ਕਰਨਾ ਚਾਹੁੰਦੇ ਆ, ਉਹਨਾਂ ਵਾਸਤੇ ਸਕਾਲਰਸ਼ਿਪਸ ਆਰ ਅਵੇਲੇਬਲ। ਸੋ ਸਟੂਡੈਂਟ ਹੋਰ ਵੀ ਬਹੁਤ ਜ਼ਿਆਦਾ ਸਕਾਲਰਸ਼ਿਪਸ ਕੁਝ ਕਾਲਜਿਸ ਦੀਆਂ ਹੁੰਦੀਆਂ, ਜਦੋਂ ਤੁਸੀਂ ਇੱਥੋਂ ਚਲੇ ਜਾਂਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਕਾਲਜ ਜਾ ਕੇ ਫਾਰਮ ਭਰਦੇ ਹੋ, ਪ੍ਰੈਜ਼ੀਡੈਂਸ਼ੀਅਲ ਸਕਾਲਰਸ਼ਿਪ, ਚਾਂਸਲਰ ਸਕਾਲਰਸ਼ਿਪ, ਤੁਹਾਡੇ ਪਰਸੈਂਟੇਜ 'ਤੇ ਡਿਪੈਂਡ ਕਰਦੀ ਤੁਹਾਡੀ ਸਕਾਲਰਸ਼ਿਪ। ਸੋ ਉੱਥੇ ਜਾ ਕੇ ਵੀ ਤੁਸੀਂ ਕਾਲਜ 'ਚ ਫਾਰਮ ਭਰ ਸਕਦੇ ਹੋ ਔਰ ਅਗਲੇ ਸਾਲ ਤੋਂ ਸਕਾਲਰਸ਼ਿਪਸ ਅਵੇਲ ਕਰ ਸਕਦੇ ਹੋ। ਜੀ ਬਿਲਕੁਲ। ਸੋ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ ਇਹਨਾਂ ਸਕਾਲਰਸ਼ਿਪਸ ਲਈ ਤੁਸੀਂ ਹੋਰ ਡਿਟੇਲ 'ਚ ਜਾਣਕਾਰੀ ਚਾਹੁੰਦੇ ਹੋ ਤਾਂ ਲਗਾਤਾਰ ਨੰਬਰ ਅਸੀਂ ਡਿਸਪਲੇ ਕੀਤਾ ਹੋਇਆ, ਇਸ ਨੰਬਰ ਤੇ ਬੇਝਿਜਕ ਤੁਸੀਂ ਕਾਲ ਕਰਨੀ ਹੈ। ਅੱਛਾ ਹੋਏਗਾ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਪਹੁੰਚਦੇ ਹੋ। ਸਾਰੀ ਐਡਰੈਸ ਡਿਟੇਲਸ ਜੋ ਹੈ ਸਕਰੋਲ ਦੇ ਵਿੱਚ ਚੱਲ ਰਹੀਆਂ ਨੇ। ਸੋ ਇਹ ਤਾਂ ਸਰ ਗੱਲ ਹੋਈ ਜਿਹੜੇ ਸਵਾਲ ਸਾਡੇ ਕੋਲ ਸਟੂਡੈਂਟਸ ਦੇ ਆਏ ਹੁੰਦੇ ਨੇ ਆਪਾਂ ਤੁਹਾਨੂੰ ਪੁੱਛੇ ਆ, ਪਰ ਇੱਕ ਜਿਹੜਾ ਖਾਸ ਸੈਮੀਨਾਰ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਆਰਗੇਨਾਈਜ਼ ਕੀਤਾ ਗਿਆ ਉਸ ਬਾਰੇ ਵੀ ਮੈਂ ਜ਼ਰੂਰ ਜਾਣਨਾ ਚਾਹੂੰਗੀ। ਕੀ ਖਾਸ ਰਹਿਣ ਵਾਲਾ ਇੱਥੇ ਤੇ ਕਿਹੜੇ ਸਟੂਡੈਂਟਸ ਨੂੰ ਇੱਥੇ ਪਹੁੰਚ ਕੇ ਫਾਇਦਾ ਮਿਲੇਗਾ? ਸੋ ਜੇ ਸੈਮੀਨਾਰ ਦੀ ਅਸੀਂ ਗੱਲ ਕਰੀਏ ਤਾਂ ਦੇਖੋ 24 ਤਰੀਕ ਨੂੰ ਸਾਡਾ ਸੈਮੀਨਾਰ ਹੈ ਚੰਡੀਗੜ੍ਹ 'ਚ, 24 ਫਰਵਰੀ ਨੂੰ, ਜਿਹਦੇ 'ਚ 15 ਤੋਂ ਵੀ ਵੱਧ ਕਾਲਜ ਦੇ ਨੁਮਾਇੰਦੇ ਪਾਰਟਿਸਿਪੇਟ ਕਰ ਰਹੇ ਨੇ। ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਕੈਨੇਡਾ ਤੋਂ 9 ਕਾਲਜ ਰਿਪਰੈਜ਼ੈਂਟੇਟਿਵਸ ਆ ਰਹੇ ਨੇ। ਸੂ ਕਾਲਜ, ਲਸਾਲ ਕਾਲਜ, ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਸੇਂਟ ਲਾਰੈਂਸ ਕਾਲਜ, ਯੂਨੀਵਰਸਿਟੀ ਕੈਨੇਡਾ ਵੈਸਟ। ਸੋ ਉਹਨਾਂ ਕਾਲਜ ਦੇ ਨੁਮਾਇੰਦਿਆਂ ਨੂੰ ਮਿਲ ਸਕਦੇ ਹੋ। ਚਾਹੇ ਹਲੇ
ਵੀਜ਼ਾ ਲੱਗ ਵੀ ਚੁੱਕਿਆ ਤਾਂ ਵੀ ਆ ਕੇ ਕੁਝ ਆਪਣੇ ਡਾਊਟ ਕਲੀਅਰ ਕਰ ਸਕਦੇ ਹੋ। ਜੇ ਹੱਲੇ ਫੀਸ ਵੀ ਪੇ ਕੀਤੀ ਹੈ ਤਾਂ ਵੀ ਆ ਕੇ ਮਿਲ ਕੇ ਤੁਸੀਂ ਉਹਨੂੰ ਕਾਲਜ ਦੇ ਨੁਮਾਇੰਦਿਆਂ ਨੂੰ ਮਿਲ ਕੇ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ। ਐਲਿਸਟਰ ਰੋਇਆਨ ਲਾਇਲਿਸਟ ਕਾਲਜ ਤੋਂ ਵੀ ਰਿਪਰੈਜ਼ੈਂਟੇਟਿਵ ਸਾਡੇ ਨਾਲ ਪਾਰਟਿਸਿਪੇਟ ਕਰਨਗੇ, ਉਹਨਾਂ ਨੂੰ ਵੀ ਤੁਸੀਂ ਮਿਲ ਸਕਦੇ ਹੋ। ਸੋ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਆਸਟ੍ਰੇਲੀਆ ਤੋਂ ਵੀ ਫੈਡਰੇਸ਼ਨ ਯੂਨੀਵਰਸਿਟੀ ਦੇ ਕਾਲਜ ਦੇ ਨੁਮਾਇੰਦੇ ਉੱਥੇ ਰਹਿਣਗੇ, ਤੁਸੀਂ ਆਸਟ੍ਰੇਲੀਆ ਦੀ ਵੀ ਗਾਈਡੈਂਸ ਲੈ ਸਕਦੇ ਹੋ। USA ਤੋਂ ਵੈਬਸਟਰ ਯੂਨੀਵਰਸਿਟੀ, ਹਰਜ਼ਿੰਗ ਯੂਨੀਵਰਸਿਟੀ, ਫਲੋਰੀਡਾ ਪੋਲੀਟੈਕਨਿਕ ਯੂਨੀਵਰਸਿਟੀ ਔਰ ਇਸ ਤੋਂ ਇਲਾਵਾ ਅਲਮੀਰਾ ਕਾਲਜ ਦੇ ਅਲਵੀਲਾ ਯੂਨੀਵਰਸਿਟੀ ਦੇ ਪਾਰਟਿਸਿਪੇਟ ਕਰਨਗੇ ਰਿਪਰੈਜ਼ੈਂਟੇਟਿਵ, ਤੁਸੀਂ ਉਹਨਾਂ ਨੂੰ ਆ ਕੇ ਮਿਲ ਸਕਦੇ ਹੋ। ਜੇ ਜਰਮਨੀ ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਆਫ ਯੂਰਪ ਐਂਡ ਗਿਜ਼ਮਾ ਤੋਂ ਪਾਰਟਿਸਿਪੇਟ ਕਰਨਗੇ ਸਾਡੇ ਨਾਲ ਇਸ ਸੈਮੀਨਾਰ ਦੇ ਵਿੱਚ। ਸੋ 15 ਤੋਂ ਵੱਧ ਕਾਲਜ ਰਿਪਰੈਜ਼ੈਂਟੇਟਿਵ ਪਾਰਟਿਸਿਪੇਟ ਕਰਨਗੇ, ਤੁਸੀਂ ਉਹਨਾਂ ਨੂੰ ਆ ਕੇ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ। ਜੇ ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਤਾਂ ਅਸੀਂ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰਦੇ, ਨਾ ਵੀਜ਼ਾ ਤੋਂ ਪਹਿਲਾਂ ਨਾ ਵੀਜ਼ਾ ਤੋਂ ਬਾਅਦ। ਔਰ ਅੱਜ ਦੀ ਡੇਟ 'ਚ ਜਿਹੜੇ ਵੀ ਬੱਚੇ ਸੈਮੀਨਾਰ 'ਚ ਆਉਣਗੇ ਉਹਨਾਂ ਦੀ ਐਮਬੈਸੀ ਫੀਸ ਵੀ ਲੈਂਡਮਾਰਕ ਇਮੀਗ੍ਰੇਸ਼ਨ ਭਰੇਗਾ। ਸੋ ਜੇ ਤੁਸੀਂ ਇਹਨਾਂ ਸੈਮੀਨਾਰ ਦਾ ਹਿੱਸਾ ਬਣੋਗੇ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਹੀ ਤੁਹਾਡੀ ਐਮਬੈਸੀ ਫੀਸ ਭਰੇਗਾ। ਸੋ ਕੋਈ ਪ੍ਰੋਸੈਸਿੰਗ ਫੀਸ ਨਹੀਂ ਐਂਡ ਐਮਬੈਸੀ ਫੀਸ ਵਿਲ ਬੀ ਆਲਸੋ ਪੇਡ ਬਾਈ ਲੈਂਡਮਾਰਕ ਇਮੀਗ੍ਰੇਸ਼ਨ। ਸੋ ਤੁਸੀਂ ਇਹਨਾਂ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ। 24 ਫੈਬਰਵਰੀ ਨੂੰ ਹੋਟਲ ਅਰੋਮਾ 'ਚ, 25 ਫੈਬਰਵਰੀ ਨੂੰ ਤੁਸੀਂ ਸਾਡੇ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ ਜਲੰਧਰ ਵਿੱਚ ਹੋਟਲ ਸਰੋਵਰ ਪੋਰਟੀਕੋਰ 'ਚ, ਔਰ 26 ਫੈਬਰਵਰੀ ਨੂੰ ਤੁਸੀਂ ਸਾਡੇ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ ਅੰਮ੍ਰਿਤਸਰ 'ਚ HK ਕਲਾਰਕਸਨ ਹੋਟਲ 'ਚ। ਜੀ ਬਿਲਕੁਲ। ਸੋ 24, 25 ਅਤੇ 26 ਸੋ ਪੂਰੀ ਡਿਟੇਲਸ ਵੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਕਿ ਕਿਹੜੀ ਜਗ੍ਹਾ ਤੁਸੀਂ ਪਹੁੰਚਣਾ ਹੈ। ਤੇ ਬਿਲਕੁਲ ਕਿਉਂਕਿ ਇੱਕੋ ਹੀ ਜਗ੍ਹਾ ਤੇ ਕੈਨੇਡਾ, ਆਸਟ੍ਰੇਲੀਆ, US ਹਰ ਤਰ੍ਹਾਂ ਦੀ ਆਪਸ਼ਨ ਤੁਹਾਨੂੰ ਇੱਥੇ ਮਿਲਣ ਵਾਲੀ ਹੈ। ਸੋ ਸਟੂਡੈਂਟਸ ਦੇ ਕੋਈ ਵੀ ਸਵਾਲ ਹੋਣ ਤਾਂ ਤੁਸੀਂ ਜ਼ਰੂਰ ਇੱਥੇ ਟਾਈਮਲੀ ਇੱਕ ਵਧੀਆ ਗਾਈਡੈਂਸ ਲੈ ਸਕਦੇ ਹੋ। ਅੱਛੇ ਕਾਲਜਿਸ, ਯੂਨੀਵਰਸਿਟੀਜ਼ ਦੇ ਨੁਮਾਇੰਦੇ ਇੱਥੇ ਪਹੁੰਚਣਗੇ, ਟੇਬਲ ਤੇ ਬੈਠ ਕੇ ਆਮਨੇ ਸਾਹਮਣੇ ਤੁਸੀਂ ਜੋ ਹੈ ਆਪਣੇ ਡਾਕੂਮੈਂਟਸ ਦਿਖਾ ਕੇ ਇੱਕ ਸਹੀ ਰਸਤਾ ਚੁਣ ਸਕਦੇ ਹੋ। ਸੋ ਸਰ ਇੱਥੇ ਆਪਾਂ ਥੋੜੀ ਗੱਲ ਕੈਨੇਡਾ ਦੀ ਜਦ ਗੱਲ ਕਰ ਰਹੇ ਹਾਂ ਤਾਂ ਰਿਫਿਊਜ਼ਲ ਕੇਸਿਸ ਦੀ ਵੀ ਜ਼ਰੂਰ ਕਰ ਲਈਏ। ਜਿਹੜੇ ਸਟੂਡੈਂਟਸ ਆਲਰੇਡੀ ਰਿਫਿਊਜ਼ ਹੋ ਚੁੱਕੇ ਨੇ, ਮੇਨ ਟੇਕ ਲਈ ਹਲੇ ਵੀ ਉਹਨਾਂ ਲਈ ਗੁੰਜਾਇਸ਼ ਹੈ ਕਿ ਉਹ ਦੁਬਾਰਾ ਰੀਅਪਲਾਈ ਅਗਰ ਹੁਣ ਕਰ ਰਹੇ ਨੇ ਤਾਂ ਗੁੰਜਾਇਸ਼ ਨਜ਼ਰ ਆ ਰਹੀ ਹੈ? ਬਿਲਕੁਲ ਜੀ, ਤੁਹਾਡੀ ਰਿਫਿਊਜ਼ਲ ਆ ਚੁੱਕੀ ਹੈ। ਸੋ ਮੇਰੇ ਕੋਲ ਹੁਣੇ ਰੀਸੈਂਟਲੀ ਮਤਲਬ 8 ਰਿਫਿਊਜ਼ਲ, 5 ਰਿਫਿਊਜ਼ਲ ਤਾਂ ਨਾਰਮਲੀ ਹੈਗਾ ਕਿ 5 ਰਿਫਿਊਜ਼ਲ ਤੋਂ ਬਾਅਦ ਬੱਚੇ ਦਾ ਵੀਜ਼ਾ ਆਇਆ, ਬਟ 8 ਰਿਫਿਊਜ਼ਲ ਤੋਂ ਬਾਅਦ ਵੀ ਬੱਚੇ ਦਾ ਵੀਜ਼ਾ ਆਇਆ। ਸੋ ਪਹਿਲੀ ਗੱਲ ਤਾਂ 8 ਰਿਫਿਊਜ਼ਲ ਤੇ ਆਪਾਂ ਤਾਂ ਪਹੁੰਚਦੇ ਹਾਂ ਜਦੋਂ ਆਪਾਂ ਇੱਕ ਪ੍ਰਾਈਵੇਟ ਕਾਲਜ 'ਚ ਅਪਲਾਈ ਕੀਤਾ ਹੁੰਦਾ ਔਰ ਉਹ ਪ੍ਰਾਈਵੇਟ ਕਾਲਜ 'ਚ ਆਪਾਂ ਬਾਰ-ਬਾਰ ਰੀਅਪਲਾਈ ਕਰੀ ਜਾਂਦੇ ਹਾਂ। ਸੋ ਲੈਂਡਮਾਰਕ ਇਮੀਗ੍ਰੇਸ਼ਨ 73 ਤੋਂ ਵੀ ਵੱਧ ਸਰਕਾਰੀ ਕਾਲਜਸ ਰਿਪਰੈਜ਼ੈਂਟ ਕਰਦਾ, ਕੈਨੇਡਾ ਦੇ ਹੀ, ਆਸਟ੍ਰੇਲੀਆ ਦੇ ਵੀ ਔਰ UK ਦੇ ਵੀ, ਜਰਮਨੀ ਦੇ ਵੀ, USA ਦੇ ਵੀ, ਸਾਰੇ ਕਿਤੇ ਅਸੀਂ ਡਾਇਰੈਕਟ ਰਿਪਰੈਜ਼ੈਂਟੇਸ਼ਨ ਸਾਡੀ ਹੈਗੀ ਹੈ। ਮੈਂ ਟਾਈਮ ਟੂ ਟਾਈਮ ਸਿਰ ਵੱਖ-ਵੱਖ ਕੰਟਰੀ ਵਿਜ਼ਿਟ ਕਰਦਾ ਰਹਿੰਦਾ ਔਰ ਕਾਲਜ ਦੇ ਨੁਮਾਇੰਦੇ ਵੀ ਟਾਈਮ ਟੂ ਟਾਈਮ ਸਿਰ ਸਾਡੇ ਆਫਿਸਿਸ ਵਿਜ਼ਿਟ ਕਰਦੇ ਰਹਿੰਦੇ ਨੇ। ਸੋ ਇੱਕ ਬਹੁਤ ਵੱਡਾ ਫਾਇਦਾ ਹੈ ਸਟੂਡੈਂਟ ਨੂੰ ਕਿ ਡਾਇਰੈਕਟ ਕਾਲਜ ਦੇ ਨੁਮਾਇੰਦੇ ਨੂੰ ਮਿਲੋ, ਕਿਉਂਕਿ ਹਰ ਕੋਈ ਕਹਿੰਦਾ ਮੇਰੇ ਡਾਇਰੈਕਟ ਟਾਈ ਅਪ ਹੈਗੇ ਆ। ਔਰ ਮੈਂ ਤੁਹਾਨੂੰ ਕਹਾਂਗੀ ਇੰਡੀਆ ਵਿੱਚੋਂ 25 ਤੋਂ 30 ਹੀ ਕੰਪਨੀਆਂ ਇੱਦਾਂ ਦੀਆਂ ਹੋਣਗੀਆਂ ਜਿਨ੍ਹਾਂ ਦੇ ਡਾਇਰੈਕਟ ਟਾਈ ਅਪਸ ਹੈਗੇ ਆ। ਨੋਰਮਲੀ ਇੰਨੇ ਸਾਰੇ ਡਾਇਰੈਕਟ ਟਾਈ ਅਪਸ ਕਿਸੇ ਦੇ ਵੀ ਨਹੀਂ ਹੈਗੇ ਬਾਹਰਲੇ ਮੁਲਕਾਂ 'ਚ। ਸੋ ਤੁਸੀਂ ਜਦੋਂ ਸੈਮੀਨਾਰ ਹੁੰਦਾ, ਜਦੋਂ ਕੋਈ ਕਾਲਜ ਦਾ ਨੁਮਾਇੰਦਾ ਆਉਂਦਾ, ਪਹਿਲੀ ਗੱਲ ਤਾਂ ਉਹਨਾਂ ਨੂੰ ਵੀ ਆਪਣੇ ਕਾਲਜ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ ਕਿ ਆਹ ਸੈਮੀਨਾਰ ਹੋਣ ਜਾ ਰਿਹਾ ਇਸ ਕੰਪਨੀ ਦਾ, ਮੈਂ ਪਾਰਟਿਸਿਪੇਟ ਕਰ ਲਾਂ। ਕਿਉਂਕਿ ਸਰਕਾਰੀ ਕਾਲਜ ਦਾ ਜੇ ਨੁਮਾਇੰਦਾ ਸਾਡੇ ਸੈਮੀਨਾਰ 'ਚ ਆ ਰਿਹਾ ਸੋ ਪਰਮਿਸ਼ਨ ਤੋਂ ਬਿਨਾਂ ਨਹੀਂ ਆਉਂਦਾ। ਸੋ ਸਟੂਡੈਂਟ ਜਦੋਂ ਕੋਈ ਕਾਲਜ ਦਾ ਨੁਮਾਇੰਦਾ ਆਉਂਦਾ ਤਾਂ ਉਹ ਪਾਰਟਿਸਿਪੇਟ ਕਰਦਾ, ਤੁਸੀਂ ਉਹਨੂੰ ਆ ਕੇ ਮਿਲੋ, ਆਪਣੇ ਡਾਊਟ ਕਲੀਅਰ ਕਰੋ ਔਰ ਜੇ ਤੁਹਾਡੇ ਮਨ 'ਚ ਕੋਈ ਵੀ ਡਾਊਟ ਹੈ ਉਹ ਜ਼ਰੂਰ ਕਲੀਅਰ ਕਰੋ। ਸੋ ਸਟੂਡੈਂਟਸ ਨੂੰ ਇਹ ਦੇਖਣਾ ਚਾਹੀਦਾ ਕਿ ਇੱਦਾਂ ਦੀ ਕੰਪਨੀ ਤੋਂ ਆਪਾਂ ਅਪਲਾਈ ਕਰੀਏ ਕਿ ਜਿਹਦਾ ਟਰੈਕ ਰਿਕਾਰਡ ਕਿੱਦਾਂ ਦਾ ਹੈਗਾ। ਲੈਂਡਮਾਰਕ ਇਮੀਗ੍ਰੇਸ਼ਨ ਪਿਛਲੇ 15 ਸਾਲਾਂ ਤੋਂ ਸਰਵਿਸਿਜ਼ ਦਿੰਦਾ ਆ ਰਿਹਾ ਹੈ ਔਰ ਸਾਡੇ ਵੱਖ-ਵੱਖ ਜਗ੍ਹਾ ਤੇ ਆਫਿਸਿਸ ਹੈਗੇ ਆ। ਤੁਸੀਂ ਸਾਡੇ ਆਫਿਸ ਜਲੰਧਰ ਸਾਡਾ ਆਫਿਸ ਹੈ ਨੀਅਰ SBI ਬ੍ਰਾਂਚ, NRI ਬ੍ਰਾਂਚ ਹੈਗੀ SBI ਦੀ, ਤੁਸੀਂ ਉੱਥੇ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ। ਲੁਧਿਆਣਾ ਸਾਡਾ ਆਫਿਸ ਹੈ ਫਿਰੋਜ਼ ਗਾਂਧੀ ਮਾਰਕੀਟ 'ਚ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਅੰਮ੍ਰਿਤਸਰ ਸਾਡਾ ਆਫਿਸ ਰਣਜੀਤ ਐਵੇਨਿਊ 'ਚ ਹੈ। ਬਠਿੰਡਾ ਸਾਡਾ ਆਫਿਸ ਅਜੀਤ ਰੋਡ ਤੇ ਹੈ। ਮੋਗੇ ਸਾਡਾ ਆਫਿਸ ਅਕਾਲਸਰ ਚੌਂਕ ਤੇ ਹੈ। ਵਡੋਦਰਾ 'ਚ ਸਾਡਾ ਆਫਿਸ ਅਟਲਾਂਟਿਸ K10 ਬਿਲਡਿੰਗ 'ਚ ਹੈ। ਇਸ ਤੋਂ ਇਲਾਵਾ ਸਾਡਾ ਆਫਿਸ ਬੈਂਗਲੌਰ 'ਚ ਵੀ ਹੈ, ਜੰਮੂ 'ਚ ਵੀ ਹੈ, ਜੀਂਦ 'ਚ ਵੀ, ਔਰ ਬਹੁਤ ਜਲਦੀ ਸਾਡਾ ਆਫਿਸ ਕਰਨਾਲ 'ਚ ਵੀ ਖੁੱਲ੍ਹਣ ਵਾਲਾ ਹੈ। ਚੰਡੀਗੜ੍ਹ ਸੈਕਟਰ 17 'ਚ ਸਾਡਾ ਆਫਿਸ ਔਰ ਮੋਹਾਲੀ ਫੇਸ 8 ਵਿੱਚ ਸਾਡਾ ਆਫਿਸ ਹੈ। ਤੁਸੀਂ ਸਾਡੇ ਆਫਿਸ ਵਿਜ਼ਿਟ ਕਰਕੇ ਆਪਣੇ ਸਾਰੇ ਡਾਊਟਸ ਕਲੀਅਰ ਕਰ ਸਕਦੇ ਹੋ। ਜੇ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਮੈਂ ਜ਼ਿਆਦਾਤਰ ਮੋਹਾਲੀ ਆਫਿਸ ਹੁੰਦਾ, ਨਹੀਂ ਤਾਂ ਆਪਾਂ ਜ਼ੂਮ ਰਾਹੀਂ ਵੀ ਕਨੈਕਟ ਹੋ ਕੇ ਤੁਹਾਨੂੰ ਸਾਰੇ ਡਾਊਟਸ ਤੁਹਾਡੇ ਕਲੀਅਰ ਕਰ ਸਕਦੇ। ਜੀ ਬਿਲਕੁਲ। ਸੋ ਸਾਰੀ ਬ੍ਰਾਂਚਿਸ ਦੀ ਜੋ ਐਡਰੈਸ ਡਿਟੇਲਸ ਉਹ ਵੀ ਸਕਰੋਲ ਦੇ ਵਿੱਚ ਲਗਾਤਾਰ ਚੱਲ ਰਹੀਆਂ ਨੇ। ਤੁਹਾਨੂੰ ਜਿੱਥੇ ਨੇੜੇ ਲੱਗਦਾ ਹੈ, ਈਜ਼ੀ ਲੱਗਦਾ ਹੈ, ਆਪਣੇ ਡਾਕੂਮੈਂਟਸ ਲੈ ਕੇ ਔਰ ਸਪੈਸ਼ਲੀ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜ਼ਰੂਰ ਪਹੁੰਚੋ ਤਾਂ ਕਿ ਸਹੀ ਚੀਜ਼ਾਂ ਸਮਝਦੇ ਹੋਏ ਸਹੀ ਡਿਸੀਜਨ ਦੇ ਨਾਲ ਤੁਸੀਂ ਅੱਗੇ ਜ਼ਰੂਰ ਵਧੋ। ਸਰ ਗੱਲ ਆਸਟ੍ਰੇਲੀਆ ਦੀ ਵੀ ਕਰ ਲਈਏ। ਸੋ
ਹੁਣ ਜਦੋਂ ਦਾ GT ਅਪਡੇਸ਼ਨ ਹੋਈ ਹੈ ਰੀਸੈਂਟ ਪਾਸ ਆਊਟ ਸਟੂਡੈਂਟਸ ਹੀ ਲਏ ਜਾ ਰਹੇ ਨੇ, ਪਰ ਫਿਰ ਵੀ ਕੁਝ ਸਟੂਡੈਂਟ ਹੈ ਜਿਹੜੇ 20 ਪਾਸ ਆਊਟ ਨੇ ਉਹ ਅਪਲਾਈ ਕਰਦੇ ਜਾ ਰਹੇ ਨੇ, ਤੇ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਔਰ ਹੁਣ ਕਿਹੜੇ ਸਟੂਡੈਂਟਸ ਅਪਲਾਈ ਕਰਨ ਜੁਲਾਈ ਇਨਟੇਕ ਲਈ? ਸੋ ਦੇਖੋ, ਪਹਿਲੀ ਗੱਲ ਤਾਂ ਆਸਟ੍ਰੇਲੀਆ ਨੇ ਇੱਕ ਚੀਜ਼ ਹਮੇਸ਼ਾ ਹੀ ਕਲੀਅਰ ਕੀਤੀ ਹੈ ਕਿ ਅਸੀਂ ਗੈਪ ਨਹੀਂ ਐਕਸੈਪਟ ਕਰਦੇ। ਸੋ ਪਹਿਲੀ ਗੱਲ ਤਾਂ ਜੇ ਤੁਸੀਂ 20 ਪਾਸ ਆਊਟ ਆ ਤਾਂ ਤੁਹਾਨੂੰ ਕੋਈ ਵੀ ਸਰਕਾਰੀ ਯੂਨੀਵਰਸਿਟੀ ਅਸੈਸਮੈਂਟ ਲੈਵਲ 1 ਜਾਂ ਲੈਵਲ 2 ਐਕਸੈਪਟ ਨਹੀਂ ਕਰੇਗੀ। ਸੋ ਜੇ ਤੁਸੀਂ ਅਸੈਸਮੈਂਟ ਲੈਵਲ 1 ਜਾਂ 2 ਯੂਨੀਵਰਸਿਟੀ 'ਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 2022 ਪਾਸ ਆਊਟ ਹੀ ਹੋਣਾ ਚਾਹੀਦਾ ਹੈ। ਔਰ ਹੁਣ 2023 ਦੇ ਜਦੋਂ ਪਾਸ ਆਊਟ ਆ ਜਾਣਗੇ ਬੱਚੇ ਤਾਂ ਉਹਨਾਂ ਨੇ ਕਹਿਣਾ ਸਾਨੂੰ 2023 ਪਾਸ ਆਊਟ ਬੱਚੇ ਹੀ ਚਾਹੀਦੇ ਨੇ। ਸੋ ਜੇ ਤੁਸੀਂ 2020 ਪਾਸ ਆਊਟ ਹੋ ਔਰ ਤੁਸੀਂ ਕਿਸੇ ਪ੍ਰਾਈਵੇਟ ਕਾਲਜ 'ਚ ਅਪਲਾਈ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਤੁਸੀਂ ਆਪਣਾ ਟਾਈਮ ਔਰ ਪੈਸੇ ਖਰਾਬ ਕਰ ਰਹੇ ਹੋ, ਬਿਕੋਜ਼ ਆਸਟ੍ਰੇਲੀਆ +2 ਪਾਸ ਬੱਚਿਆਂ ਲਈ ਬਹੁਤ ਜ਼ਿਆਦਾ ਸਟ੍ਰਿਕਟ ਹੈ, ਖਾਸ ਕਰਕੇ ਜਿਨ੍ਹਾਂ ਨੇ 12th ਕੀਤੀ ਹੈ। ਸੋ ਨੋ ਗੈਪ ਇਜ਼ ਐਕਸੈਪਟੇਬਲ। ਸੋ ਤੁਹਾਡੀ GTE ਤੁਸੀਂ ਅਪਲਾਈ ਕਰ ਲਓ ਭਾਵੇਂ ਕਿਸੇ ਵੀ ਯੂਨੀਵਰਸਿਟੀ 'ਚ, ਤੁਹਾਡੀ GTE ਕਲੀਅਰ ਨਹੀਂ ਹੋਏਗੀ। ਸੋ ਸਾਡੇ ਰੀਸੈਂਟਲੀ ਵੀ ਅੱਜ 2 ਆਸਟ੍ਰੇਲੀਆ ਦੇ ਵੀਜ਼ੇ ਆਏ ਆ, ਕੱਲ੍ਹ ਵੀ ਇੱਕ ਨਿਊਜ਼ੀਲੈਂਡ ਦਾ ਵੀਜ਼ਾ ਆਇਆ ਹੈ। ਸੋ ਦੇਖੋ, ਸਾਡੇ ਕੋਲ ਨਾ ਕੈਨੇਡਾ ਦੇ ਤਾਂ ਬਹੁਤ ਜ਼ਿਆਦਾ ਵੱਡੇ ਪਰਦਾਰ 'ਚ ਵੀਜ਼ਾ ਆਉਂਦੇ ਆ, ਪਰ ਡਾਇਵਰਸਿਟੀ ਦੀ ਗੱਲ ਕਰੀਏ ਜਦੋਂ ਆਸਟ੍ਰੇਲੀਆ ਦੇ 2 ਵੀਜ਼ਾ ਆਉਂਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਕਿਉਂਕਿ ਆਸਟ੍ਰੇਲੀਆ ਦੇ ਵੀਜ਼ਾ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਬੜਾ ਲੰਬਾ ਚੱਲਦਾ। GTE ਕਲੀਅਰ ਹੋਣੀ ਚਾਹੀਦੀ ਹੈ ਔਰ ਟਾਈਮ ਟੂ ਟਾਈਮ ਸਿਰ ਅਸੀਂ ਆਸਟ੍ਰੇਲੀਆ ਤੇ ਬਹੁਤ ਜ਼ਿਆਦਾ ਕੁਆਲਿਟੀ ਮੇਨਟੇਨ ਕਰ ਰਹੇ ਹਾਂ। ਸੋ ਲਾਸਟ ਮੰਥ ਵੀ ਅਸੀਂ ਗੱਲ ਕਰੀਏ ਤਾਂ ਸਾਡੇ ਕੋਲ 22 ਵੀਜ਼ਾਜ਼ ਆਸਟ੍ਰੇਲੀਆ ਦੇ ਆਏ, ਜਿਹੜੇ ਕਿ ਅਸੈਸਮੈਂਟ ਲੈਵਲ 1 ਔਰ ਅਸੈਸਮੈਂਟ ਲੈਵਲ 2 ਯੂਨੀਵਰਸਿਟੀ 'ਚ ਪੜ੍ਹਨ ਗਏ। ਸੋ ਸਟੂਡੈਂਟ ਜੇ ਤੁਸੀਂ AL ਲੈਵਲ 1 ਜਾਂ AL ਲੈਵਲ 2 ਯੂਨੀਵਰਸਿਟੀ 'ਚ ਪੜ੍ਹਨ ਜਾਣਾ ਚਾਹੁੰਦੇ ਹੋ ਤਾਂ ਗੈਪ ਇਜ਼ ਨਾਟ ਐਕਸੈਪਟੇਬਲ। ਹੁਣ ਗੱਲ ਕਰ ਲੈਂਦੇ ਹਾਂ ਬੈਚਲਰ ਵਾਲੇ ਸਟੂਡੈਂਟ ਦੀ। ਹੁਣ ਜੇ ਤੁਸੀਂ ਬੈਚਲਰਸ ਕੀਤੀ ਹੈ ਤਾਂ ਬੈਚਲਰ 'ਚ ਤੁਹਾਡਾ 7, 8, 10 ਸਾਲ ਦਾ ਐਕਸੈਪਟੇਬਲ ਹੈਗਾ, ਬਟ ਪ੍ਰੋਪਰ ਪ੍ਰੂਫਸ ਦੇ ਨਾਲ ਕਿ ਤੁਹਾਡੇ ਕੋਲ ਇਨਕਮ ਟੈਕਸ ਰਿਟਰਨ ਹੈਗੀ ਹੈ, ਤੁਹਾਡੀ ਸੈਲਰੀ ਖਾਤੇ 'ਚ ਆਉਂਦੀ ਸੀ, ਤੁਹਾਡੇ ਕੋਲ ਸੈਲਰੀ ਸਲਿੱਪ ਹੈਗੀ ਹੈ ਕਿ ਨਹੀਂ ਹੈਗੀ ਹੈ। ਪਰ ਜੇ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ, ਜਾਂ ਜਿਵੇਂ ਤੁਸੀਂ ਕੈਨੇਡਾ ਬੜਾ ਫਲੈਕਸੀਬਲ ਹੈਗਾ, ਆਪਾਂ ਇੱਕ ਆਪਣੇ ਘਰ ਦੀ ਕੰਪਨੀ ਦੀ ਵੀ ਐਕਸਪੀਰੀਅੰਸ ਸਰਟੀਫਿਕੇਟ ਲਾ ਦਿੰਦੇ ਤਾਂ ਕੈਨੇਡਾ ਕੋਈ ਪੁੱਛ ਗਿੱਛ ਨਹੀਂ ਕਰਦਾ, ਬਟ ਆਸਟ੍ਰੇਲੀਆ 'ਚ ਇਹ ਸਾਰੀਆਂ ਚੀਜ਼ਾਂ ਨਾਟ ਐਕਸੈਪਟੇਬਲ ਹੈਗੀਆਂ। ਸੋ ਜੇ ਪ੍ਰੋਪਰ ਗੈਪ ਜਸਟੀਫਿਕੇਸ਼ਨ ਹੈਗੀ ਹੈ ਤਾਂ ਤੁਹਾਡਾ ਕਿਸੇ ਤਰ੍ਹਾਂ ਦੀ ਗੈਪ ਗ੍ਰੈਜੂਏਸ਼ਨ ਤੋਂ ਬਾਅਦ ਐਕਸੈਪਟੇਬਲ ਹੈ, ਤੁਸੀਂ ਮਾਸਟਰਸ ਕਰਨ ਜਾ ਸਕਦੇ ਹੋ। ਬਟ ਅੱਜ ਦੀ ਡੇਟ 'ਚ ਆਸਟ੍ਰੇਲੀਆ ਤੋਂ ਹਟ ਕੇ ਥੋੜਾ ਨਿਊਜ਼ੀਲੈਂਡ ਤੇ ਫੋਕਸ ਲਿਆ ਜਾਏ ਤਾਂ ਨਿਊਜ਼ੀਲੈਂਡ 5.5 ਬੈਂਡ ਦੇ ਨਾਲ, ਓਵਰਆਲ 5.5 ਬੈਂਡ ਦੇ ਨਾਲ ਕੁਝ ਡਿਪਲੋਮਾਸ 'ਚ ਐਡਮਿਸ਼ਨ ਦੇ ਰਿਹਾ, ਜਾਂ ਓਵਰਆਲ 6 ਬੈਂਡ ਦੇ ਨਾਲ ਵੀ ਤੁਸੀਂ 2 ਸਾਲ ਦੇ ਡਿਪਲੋਮਾ ਕਰਨ ਜਾ ਸਕਦੇ ਹੋ, ਜਿਵੇਂ ਕਿ ਡੇਅਰੀ ਫਾਰਮਿੰਗ ਹੋ ਗਿਆ, ਕੁਆਂਟਿਟੀ ਸਰਵੇਇੰਗ ਹੋ ਗਿਆ, ਮਕੈਨੀਕਲ ਇੰਜੀਨੀਅਰਿੰਗ ਹੋ ਗਿਆ, ਇਲੈਕਟ੍ਰੀਕਲ ਇੰਜੀਨੀਅਰਿੰਗ ਹੋ ਗਿਆ, ਸਿਵਲ ਇੰਜੀਨੀਅਰਿੰਗ ਹੋ ਗਿਆ। ਸੋ ਇਦਾਂ ਦੇ ਕੋਰਸਿਸ ਤੁਸੀਂ ਨਿਊਜ਼ੀਲੈਂਡ ਕਰਨ ਜਾ ਸਕਦੇ ਹੋ, ਐਂਡ 2 ਇਅਰਸ ਦਾ ਡਿਪਲੋਮਾ ਤੋਂ ਬਾਅਦ ਵੀ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਬਟ ਜੇ ਤੁਸੀਂ ਬਿਜ਼ਨਸ ਕਰਨ ਜਾ ਰਹੇ ਹੋ ਜਾਂ ਹਸਪਿਟੈਲਿਟੀ ਕਰਨ ਜਾ ਰਹੇ ਹੋ, ਉਹਨਾਂ ਕੋਰਸਿਸ 'ਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਸਾਨੂੰ ਬੈਚਲਰ ਡਿਗਰੀ ਕਰਨੀ ਪਏਗੀ। ਸੋ ਉਸ ਤੋਂ ਇਲਾਵਾ ਜੇ ਗੱਲ ਕਰੀਏ ਬੈਚਲਰ ਪਾਸ ਆਊਟ ਹੋ ਤਾਂ ਨਿਊਜ਼ੀਲੈਂਡ 'ਚ ਤੁਸੀਂ ਪੋਸਟ ਗ੍ਰੈਜੂਏਟ ਸਰਟੀਫਿਕੇਟ ਪ੍ਰੋਗਰਾਮ ਕਰਨ ਜਾ ਸਕਦੇ ਹੋ, ਮਾਸਟਰਸ ਇਨ ਬਿਜ਼ਨਸ ਮੈਨੇਜਮੈਂਟ ਕਰਨ ਜਾ ਸਕਦੇ ਹੋ। ਬਟ ਨਿਊਜ਼ੀਲੈਂਡ 'ਚ ਸਭ ਤੋਂ ਜ਼ਿਆਦਾ ਧਿਆਨ ਆਪਾਂ ਰੱਖਣੀ ਹੈ ਕਿ ਫੰਡਸ ਆਪਣੇ ਜੈਨੂਇਨ ਹੋਣ। ਅੱਜ ਵੀ 2 ਬੱਚੇ ਮੈਨੂੰ ਮਿਲ ਕੇ ਗਏ ਆ ਕਿ ਸਰ ਅਸੀਂ ਫੰਡ ਆਪਣੇ ਨਹੀਂ ਲਾਏ ਸੀ ਔਰ ਸਾਨੂੰ ਰਿਫਿਊਜ਼ਲ ਆਈ ਹੈ। ਸੋ ਜੇ ਤੁਸੀਂ ਆਪਣੇ ਫੰਡ ਨਹੀਂ ਲਾਉਂਦੇ ਹੋ ਤਾਂ ਵੀਜ਼ਾ ਦੀ ਬਿਲਕੁਲ ਹੀ ਆਸ਼ਾ ਨਾ ਕਰੋ। ਫੰਡਸ ਜੈਨੂਇਨ ਹੈ ਤਾਂ ਹੀ ਤੁਸੀਂ ਨਿਊਜ਼ੀਲੈਂਡ ਜਾ ਸਕਦੇ ਹੋ। ਐਜੂਕੇਸ਼ਨ ਲੋਨ ਦੀ ਕੋਸ਼ਿਸ਼ ਕਰੋ, ਕਿਸੇ ਬੈਂਕ ਤੋਂ ਐਜੂਕੇਸ਼ਨ ਲੋਨ ਲਓ ਔਰ ਐਜੂਕੇਸ਼ਨ ਲੋਨ ਦੇ ਨਾਲ ਨਿਊਜ਼ੀਲੈਂਡ ਦਾ ਵੀਜ਼ਾ ਤੁਸੀਂ ਪ੍ਰੋਸੀਡ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪੋਜ਼ਿਟਿਵ ਰਿਸਪੌਂਸ ਆਏ। ਬਿਲਕੁਲ। ਸੋ ਲੈਂਡਮਾਰਕ ਇਮੀਗ੍ਰੇਸ਼ਨ ਜੋ ਕਿ ਪਿਛਲੇ 14-15 ਸਾਲਾਂ ਤੋਂ ਸਟੂਡੈਂਟਸ ਨੂੰ ਵਧੀਆ ਗਾਈਡੈਂਸ ਦਿੰਦੇ ਆ ਰਹੇ ਨੇ ਔਰ ਇਹਨਾਂ ਦੇ ਥਰੂ ਕਈ ਸਟੂਡੈਂਟਸ ਜੋ ਹੈ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੇ ਨੇ। ਸੋ ਤੁਸੀਂ ਵੀ ਪਿੱਛੇ ਨਾ ਰਹੋ। ਅਗਰ ਹੁਣ ਤੱਕ ਡਿਸੀਜਨ ਲੈਣ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਨਫਿਊਜ਼ਨ ਹੈ ਤਾਂ ਉਸ ਕਨਫਿਊਜ਼ਨ ਨੂੰ ਹੁਣੇ ਹੀ ਤੁਸੀਂ ਦੂਰ ਕਰਨਾ ਹੈ। ਜੋ ਨੰਬਰ ਡਿਸਪਲੇ ਹੈ ਇਸ ਨੰਬਰ ਤੇ ਕਾਲ ਕਰੋ ਅਤੇ ਆਪਣੇ ਸਵਾਲਾਂ ਦੇ ਜਵਾਬ ਜ਼ਰੂਰ ਲਓ। ਔਰ ਬਹੁਤ ਚੰਗਾ ਰਹੇਗਾ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰ ਦਿਓ ਇਹਨਾਂ ਦੇ ਆਫਿਸ। ਸੋ ਵੱਖ-ਵੱਖ ਥਾਵਾਂ ਤੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਆਫਿਸ ਨੇ। ਨੀਚੇ ਸਕਰੋਲ ਦੇ ਵਿੱਚ ਤੁਸੀਂ ਐਡਰੈਸ ਡਿਟੇਲ ਵੀ ਦੇਖ ਪਾ ਰਹੇ ਹੋ। ਤੇ ਅਗਰ ਆਪਾਂ ਸੈਮੀਨਾਰ ਦੀ ਗੱਲ ਕਰੀਏ 24, 25 ਅਤੇ 26 ਫਰਵਰੀ ਨੂੰ ਇਹ ਸੈਮੀਨਾਰਸ ਨੇ। 24 ਨੂੰ ਚੰਡੀਗੜ੍ਹ, 25 ਨੂੰ ਜਲੰਧਰ ਅਤੇ 26 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਹੈ। ਸੋ ਕੈਨੇਡਾ, ਆਸਟ੍ਰੇਲੀਆ, US ਨੂੰ ਲੈ ਕੇ ਕੋਈ ਵੀ ਸਵਾਲ ਹੋਵੇ, ਸਟੂਡੈਂਟ ਜਿੱਥੇ ਵੀ ਇੰਟਰਸਟਿਡ ਹੈ ਤੁਸੀਂ ਇੱਥੇ ਪਹੁੰਚੋ। ਵੱਖ-ਵੱਖ ਕਾਲਜ ਯੂਨੀਵਰਸਿਟੀਜ਼ ਦੇ ਨੁਮਾਇੰਦੇ ਇੱਥੇ ਹੋਣਗੇ। ਫੇਸ ਟੂ ਫੇਸ ਤੁਸੀਂ ਆਪਣਾ ਹਰ ਡਾਊਟ ਕਲੀਅਰ ਕਰ ਸਕਦੇ ਹੋ ਤੇ ਟਾਈਮਲੀ ਜੋ ਹੈ ਅਪਲਾਈ ਜ਼ਰੂਰ ਕਰ ਸਕਦੇ ਹੋ। ਸਰ ਜਿਵੇਂ ਆਪਾਂ ਗੱਲ ਨਿਊਜ਼ੀਲੈਂਡ ਦੀ ਕਰ ਰਹੇ ਹਾਂ ਤਾਂ ਆਪਾਂ ਦੇਖਦੇ ਹਾਂ ਕੁਐਰੀਜ਼ ਜਾਂ ਸਵਾਲ ਨਿਊਜ਼ੀਲੈਂਡ ਨੂੰ ਲੈ ਕੇ ਤਾਂ ਬਹੁਤ ਰਹਿੰਦੇ ਨੇ, ਪਰ ਸਟੂਡੈਂਟਸ ਇਹ ਵੀ ਕਹਿੰਦੇ ਨੇ ਕਿ ਚਲੋ ਅਸੀਂ ਸਟੱਡੀ ਵੀਜ਼ਾ ਤੇ ਤਾਂ ਜਾਵਾਂਗੇ ਪਰ PR ਨੂੰ ਲੈ ਕੇ ਪ੍ਰੋਸੈਸ ਥੋੜਾ ਮੁਸ਼ਕਿਲ ਸਮਝ ਸਕਦੇ ਹਾਂ। ਤੇ ਕਿਹੜੇ ਲੈਵਲ ਦੇ ਕੋਰਸਿਸ ਵਿੱਚ ਐਡਮਿਸ਼ਨ ਲੈਣੀ ਚਾਹੀਦੀ ਸਟੂਡੈਂਟਸ ਨੂੰ ਤਾਂ ਕਿ ਕੱਲ ਨੂੰ PR ਪ੍ਰੋਸੈਸ ਵਿੱਚ ਇੰਜੀਨੀਅਰਿੰਗ ਦੇ ਕੋਰਸਿਸ ਬਹੁਤ ਹਾਈ ਡਿਮਾਂਡ ਤੇ ਹੈ। ਇੰਜੀਨੀਅਰਿੰਗ ਵਿੱਚ PR ਲੈਣੀ ਸੌਖੀ ਰਹੇਗੀ। ਸਿਵਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ, ਔਰ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਇਨਫੋਰਮੇਸ਼ਨ ਟੈਕਨੋਲੋਜੀ 'ਚ ਵੀ ਬਹੁਤ ਜ਼ਿਆਦਾ ਸਕੋਪ ਰਹੇਗਾ। ਔਰ ਇਸ ਤੋਂ ਇਲਾਵਾ ਹੈਲਥ ਸੈਕਟਰ 'ਚ, ਸੋ ਹੈਲਥ ਸੈਕਟਰ 'ਚ ਬਹੁਤ ਜ਼ਿਆਦਾ ਸਕੋਪ ਰਹੇਗਾ।
ਮਿਲੇਗਾ। ਸੋ ਇਹ ਸਾਰੇ ਸੈਕਟਰਸ ਇਦਾਂ ਦੇ ਆ ਜਿਹੜੇ ਕਿ ਵਰਲਡ ਓਵਰ ਬਹੁਤ ਹਾਈ ਡਿਮਾਂਡ ਤੇ ਆ। ਬਟ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਹਮੇਸ਼ਾ ਹੀ PR ਦੇਣ 'ਚ ਸਭ ਤੋਂ ਅੱਗੇ ਰਹਿੰਦਾ ਹੈ ਔਰ ਬਾਕੀ ਸਾਰੇ ਕੰਟਰੀ 'ਚ ਥੋੜਾ ਸਮਾਂ ਆਪਣਾ ਜ਼ਿਆਦਾ ਲੱਗਦਾ ਹੈ। ਸੋ ਸਟੂਡੈਂਟਸ ਜੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ PR ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਨਿਊਜ਼ੀਲੈਂਡ 'ਚ ਵੀ PR ਹੋ ਸਕਦੀ ਹੈ। ਇੱਕ ਸਿੰਪਲ ਜਿਹਾ ਤਰੀਕਾ ਹੈ, ਜਿਹੜੇ ਕੋਰਸ ਕਰਨ ਗਏ ਉਹ ਕੋਰਸ ਕੰਪਲੀਟ ਕਰਨਾ ਹੈ, ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੈਗੇ ਆ ਵੀਜ਼ਾ ਦੇ ਫੋਲੋ ਕਰਨੇ ਆ, ਜਿੰਨਾ ਆਪਾਂ ਨੂੰ ਵਰਕ ਪਰਮਿਟ ਮਿਲਦਾ ਉਹਦੇ ਦੌਰਾਨ ਆਪਾਂ ਨੂੰ ਜੌਬ ਲੱਭਣੀ ਹੈ ਔਰ ਜਦੋਂ ਜੌਬ ਸਰਚ ਵੀਜ਼ਾ ਦੇ ਅੰਦਰ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸਾਨੂੰ ਪੱਕੀ ਜੌਬ ਮਿਲ ਜਾਏ ਤਾਂ PR ਬਿਲਕੁਲ ਹੋਏਗੀ। ਨੋਰਮਲੀ ਬੱਚੇ ਹੀ ਕਰਦੇ ਆ ਕਿ ਐਕਸਟਰਾ ਕੰਮ ਕਰਦੇ ਆ, ਵੀਜ਼ਾ ਦੇ ਰੂਲਸ ਜਿਹੜੇ ਹੁੰਦੇ ਆ ਉਹਨਾਂ ਨੂੰ ਨਹੀਂ ਫੋਲੋ ਕਰਦੇ, ਪੜ੍ਹਾਈ 'ਚੋਂ ਫੇਲ ਹੋ ਜਾਂਦੇ, ਫਿਰ ਆਪਾਂ ਨੂੰ PR ਕਿੱਥੋਂ ਮਿਲੇਗੀ। ਸੋ ਜਿਹੜੇ ਵੀ ਰੂਲਸ ਤੁਹਾਨੂੰ ਸੈੱਟ ਕੀਤੇ ਗਏ ਆ ਜੇ ਤੁਸੀਂ ਫੋਲੋ ਕਰੋਗੇ ਤਾਂ ਨਿਊਜ਼ੀਲੈਂਡ 'ਚ ਵੀ PR ਹੋ ਸਕਦੀ ਹੈ। ਬਟ ਯੈਸ ਜੇ ਅਸੀਂ ਕਿਸੇ ਹੋਰ ਕੈਨੇਡਾ ਨਾਲ ਕੰਪੇਅਰ ਕਰੀਏ ਤਾਂ ਈਜ਼ੀਐਸਟ PR ਅੱਜ ਦੀ ਡੇਟ 'ਚ ਕੈਨੇਡਾ 'ਚ ਹੀ ਹੈਗੀ ਹੈ। ਬਟ ਤੁਸੀਂ ਕੈਨੇਡਾ ਦਾ ਵੀ ਮੁੱਦਾ ਦੇਖਿਆ ਹੋਣਾ ਕਿ ਜਿਹੜੇ ਬੱਚਿਆਂ ਨੇ ਕਾਲਜ ਚੇਂਜ ਕੀਤੇ ਜਾਂ ਕੈਨੇਡਾ ਜਾ ਕੇ ਵੀ ਰੂਲਸ ਨਹੀਂ ਫੋਲੋ ਕੀਤੇ ਤਾਂ 12,000 ਬੱਚਿਆਂ ਨੂੰ ਐਕਸਪਲੇਨੇਸ਼ਨ ਚਿੱਠੀਆਂ ਆ ਚੁੱਕੀਆਂ ਕੈਨੇਡਾ ਦੇ ਅੰਦਰ। ਇੱਥੇ ਪਤਾ ਨਹੀਂ ਲੱਗ ਰਿਹਾ ਕਿਉਂਕਿ ਉੱਥੇ ਚਿੱਠੀਆਂ ਆ ਰਹੀਆਂ। ਸੋ ਬੱਚੇ ਜਿਹੜੇ ਅੱਜ ਦੀ ਡੇਟ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਰਹੇ ਨੇ, ਜਿਨ੍ਹਾਂ ਨੇ ਕੋਈ ਐਕਸਪਲੋਇਟ ਕੀਤਾ ਸੀ ਰੂਲ ਨੂੰ, ਉਹਨਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਡਿਕਲਾਈਨ ਹੋ ਰਹੇ ਨੇ ਔਰ ਜਿਨ੍ਹਾਂ ਨੇ ਪੋਸਟ ਗ੍ਰੈਜੂਏਟ ਲੈ ਲਿਆ ਹੋਇਆ ਉਹਨਾਂ ਤੋਂ ਵੀ ਪੁੱਛਿਆ ਜਾ ਰਿਹਾ ਕਿ ਤੁਸੀਂ ਕਿਹੜੇ ਕਾਲਜ 'ਚ ਆਏ ਸੀ, ਕਿਹੜੇ ਕੋਰਸ 'ਚ ਆਏ ਸੀ, ਕੀ ਕਰਨ ਆਏ ਸੀ ਔਰ ਜੇ ਤੁਸੀਂ ਕਾਲਜ ਚੇਂਜ ਕੀਤਾ ਤਾਂ ਕਿਉਂ ਕੀਤਾ, ਤੁਸੀਂ ਕਿਹੜੇ ਕੋਰਸ ਪੜ੍ਹੇ, ਤੁਸੀਂ ਉਹਦੀ ਟਰਾਂਸਕ੍ਰਿਪਟਸ ਦਿਓ, ਸਾਨੂੰ ਪੂਰਾ ਵੇਰਵਾ ਦਿਓ ਜਦ ਦੇ ਤੁਸੀਂ ਕੈਨੇਡਾ ਆਏ ਹੋ। ਸੋ ਮੈਨੂੰ ਲੱਗਦਾ ਕਿ ਜਦੋਂ ਇਹ ਵੇਰਵਾ ਪੁੱਛਿਆ ਜਾਂਦਾ ਨਾ ਤਾਂ ਇਹੀ ਇੱਕ ਬਹੁਤ ਡਿਫਿਕਲਟ ਸਮਾਂ ਹੋ ਜਾਂਦਾ ਬੱਚੇ ਲਈ ਔਰ ਉਹਨਾਂ ਨੇ 30 ਦਿਨ ਦਾ ਸਮਾਂ ਦਿੱਤਾ। ਜੇ 30 ਦਿਨ 'ਚ ਤੁਸੀਂ ਉਹ ਵੇਰਵਾ ਨਹੀਂ ਦਿੱਤਾ ਤਾਂ ਤੁਹਾਨੂੰ ਸਿੱਧਾ ਹੀ ਡਿਪੋਰਟੇਸ਼ਨ ਨੋਟਿਸ ਆ ਜਾਣਾ। ਸੋ ਸਟੂਡੈਂਟ ਆਪਾਂ ਕਿਉਂ ਇਦਾਂ ਦੀ ਗਲਤੀ ਕਰੀਏ ਕਿ ਜਿਹੜਾ ਵੀਜ਼ਾ ਲੈਣ ਲਈ ਲੱਖਾਂ ਸਟੂਡੈਂਟ ਬੈਠਾ ਹੈ ਕਿ ਮੇਰਾ ਵੀਜ਼ਾ ਲੱਗ ਜੇ ਔਰ ਵੀਜ਼ਾ ਲੱਗਣ ਤੋਂ ਬਾਅਦ ਆਪਾਂ ਉੱਥੇ ਜਾ ਕੇ ਰੂਲ ਫੋਲੋ ਨਾ ਕਰੀਏ। ਸੋ ਮੇਰੀ ਸਾਰੇ ਸਟੂਡੈਂਟਸ ਨੂੰ ਬੇਨਤੀ ਹੈ, ਉਹਨਾਂ ਦੇ ਪੇਰੈਂਟਸ ਨੂੰ ਵੀ, ਕਿ ਜਿਹੜੇ ਕਾਲਜ ਦਾ ਵੀਜ਼ਾ ਲੱਗਿਆ ਸਿਰਫ 16 ਮਹੀਨੇ ਦੀ ਪੜ੍ਹਾਈ ਕਰਨੀ ਔਰ ਸਾਰੀ ਜ਼ਿੰਦਗੀ ਆਪਣੀ ਸੁਖੀ ਹੈ। 16 ਮਹੀਨੇ ਪੜ੍ਹਾਈ ਕਰ ਲਓ, ਚੰਗੀ ਪੜ੍ਹਾਈ ਕਰੋ ਔਰ ਪਾਸ ਹੋ। ਜੇ ਇੱਕ ਸਮੈਸਟਰ ਵੀ ਫੇਲ ਹੋ ਗਿਆ ਤਾਂ $10,000 ਆਪਾਂ ਨੂੰ ਐਕਸਟਰਾ ਦੇਣਾ ਪੈ ਜਾਣਾ, ਉਹਦਾ ਕੀ ਫਾਇਦਾ। ਸੋ ਪੜ੍ਹਾਈ ਚੰਗੀ ਕਰੋ, 16 ਮਹੀਨੇ ਹਾਰਡ ਵਰਕ ਕਰਕੇ ਆਪਾਂ ਥੋੜ੍ਹਾ ਜਿਹਾ ਸਾਰੀ ਜ਼ਿੰਦਗੀ ਕੰਮ ਕਰਨਾ ਹੈ, ਸਾਰੀ ਜ਼ਿੰਦਗੀ ਡਾਲਰ ਕਮਾਣੇ ਆ। ਸੋ ਮੇਰੀ ਇਹੀ ਐਡਵਾਈਸ ਰਹੇਗੀ ਸਾਰੇ ਸਟੂਡੈਂਟਸ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ। ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਅਕਸਰ ਦੇਖਦੇ ਹਾਂ ਇਸ ਤਰ੍ਹਾਂ ਦੀ ਖਬਰਾਂ ਨਿਊਜ਼ ਆਉਂਦੀਆਂ ਨੇ ਤਾਂ ਫਿਰ ਬੁਰਾ ਵੀ ਲੱਗਦਾ ਹੈ ਕਿ ਸਟੂਡੈਂਟਸ ਇੱਥੋਂ ਉਹਨਾਂ ਦੇ ਪੇਰੈਂਟਸ ਬੜੀ ਮਿਹਨਤ ਕਰਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਤੇ ਉੱਥੋਂ ਸਟੂਡੈਂਟਸ ਛੋਟੀ ਛੋਟੀ ਗਲਤੀਆਂ ਦੇ ਨਾਲ ਆਪਣੇ ਫਿਊਚਰ ਨਾਲ ਖੇਡ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਉਲਟਾ ਕੰਸਲਟੈਂਟ ਨੂੰ ਹੀ ਕੋਸਦੇ ਨੇ। ਸੋ ਸਹੀ ਡਿਸੀਜਨ ਲਿਆ ਕਰੋ ਤੁਸੀਂ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਕੋਈ ਪਰੇਸ਼ਾਨੀ ਨਾ ਹੋਵੇ। ਗੱਲ US ਦੀ ਵੀ ਕਰ ਲਈਏ, I-20 ਕਿੰਨੇ ਟਾਈਮ ਵਿੱਚ ਆ ਰਹੀ ਹੈ ਔਰ ਅਪਾਇੰਟਮੈਂਟਸ ਦੀ ਵੀ ਟ੍ਰੈਂਡ ਮੈਂ ਜਾਣਨਾ ਚਾਹੂੰਗੀ ਕਿੰਨਾ ਟਾਈਮ ਲੱਗ ਰਿਹਾ। ਸੋ ਪਹਿਲੀ ਗੱਲ ਤਾਂ ਜਦੋਂ ਤੁਸੀਂ US ਅਪਲਾਈ ਕਰ ਰਹੇ ਹੋ ਤਾਂ ਇਹ ਜ਼ਰੂਰ ਖਿਆਲ ਰੱਖੋ ਕਿ I-20 ਨੂੰ ਵੀ 2 ਤੋਂ 3 ਮਹੀਨੇ ਲੱਗਣੇ ਆ ਔਰ ਅਪਾਇੰਟਮੈਂਟ ਨੂੰ ਵੀ 4 ਤੋਂ 5 ਮਹੀਨੇ ਲੱਗਣੇ ਆ। ਸੋ ਅੱਜ ਦੀ ਡੇਟ 'ਚ ਦੇਖੋ ਜਨਵਰੀ 24 ਦੀਆਂ ਅਪਾਇੰਟਮੈਂਟਸ ਮਿਲ ਰਹੀਆਂ ਸਟੂਡੈਂਟਸ ਨੂੰ। ਸੋ ਅੱਜ ਦੇਖੀਏ ਫੈਬਰਰੀ ਚੱਲ ਰਿਹਾ ਔਰ ਜਨਵਰੀ 24 ਦੀਆਂ ਮਿਲ ਰਹੀਆਂ, ਬਟ ਉਹ ਕਈ ਵਾਰੀ ਅਮੈਂਡ ਹੋ ਕੇ ਪਹਿਲਾਂ ਦੀਆਂ ਵੀ ਮਿਲ ਜਾਂਦੀਆਂ। ਸੋ ਜੋ 8 ਤੋਂ 10 ਮਹੀਨੇ ਦਾ ਅਸੀਂ ਪ੍ਰੋਸੀਜਰ ਕਵਾਂਗੇ ਹੀ ਕਵਾਂਗੇ। ਬਟ USA ਨੇ ਪਿਛਲੇ ਸਾਲ 1,25,000 ਵੀਜ਼ਾ ਦਿੱਤਾ ਔਰ ਇਸ ਸਾਲ USA ਦਾ ਜਿਹੜਾ ਟਾਰਗੇਟ ਹੈ 2 ਲੱਖ ਵੀਜ਼ਾ ਦੇਣ ਦਾ। ਸੋ ਸਟੂਡੈਂਟਸ ਇਹ USA ਇੱਕ ਟੌਪ ਡੈਸਟੀਨੇਸ਼ਨ ਹੈ ਦੁਨੀਆ 'ਚ, ਇਹ ਕੋਈ ਨਹੀਂ ਕਹਿ ਸਕਦਾ ਕਿ USA 'ਚ ਸਭ ਤੋਂ ਜ਼ਿਆਦਾ ਸਟੂਡੈਂਟ ਜੇ ਕਿਸੇ ਕੰਟਰੀ ਪੜ੍ਹਨ ਜਾਂਦਾ ਤਾਂ ਉਹ USA ਹੀ ਹੈਗਾ। ਸੋ ਜੇ ਤੁਸੀਂ USA ਪੜ੍ਹਨ ਜਾਣਾ ਚਾਹੁੰਦੇ ਹੋ ਤਾਂ ਆਈ ਥਿੰਕ ਕਿ USA ਬਹੁਤ ਵਧੀਆ ਡੈਸਟੀਨੇਸ਼ਨ ਹੈ। ਬਟ ਸਾਨੂੰ ਧਿਆਨ ਰੱਖਣਾ ਹੈ ਕਿ ਸਾਡਾ ਜਿਹੜਾ ਕੋਰਸ ਹੈ ਉਹ STEM ਦੇ ਅੰਡਰ ਆਉਂਦਾ ਕਿ ਨਹੀਂ ਆਉਂਦਾ, ਯਾਨੀ ਕਿ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ। ਜੇ ਤੁਹਾਡਾ ਕੋਰਸ STEM ਦੇ ਅੰਦਰ ਆਏਗਾ ਤਾਂ ਹੀ ਤੁਹਾਨੂੰ ਅੱਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ, ਜਿਹਨੂੰ USA ਦੀ ਭਾਸ਼ਾ 'ਚ ਅਸੀਂ OPT ਕਹੀਦਾ ਕਿ ਤੁਹਾਨੂੰ ਕੀ ਕਹਿੰਦੇ ਆ OPT ਤਾਂ ਮਿਲੇਗੀ ਜੇ ਤੁਹਾਡਾ ਕੋਰਸ ਇਹਨਾਂ ਕੈਟਾਗਰੀਜ਼ 'ਚ ਆਏਗਾ। ਜੇ ਤੁਸੀਂ ਬਿਜ਼ਨਸ ਕੀਤਾ ਤਾਂ ਬਿਜ਼ਨਸ ਐਨਾਲਿਟਿਕਸ ਹੋਏਗਾ, ਫਿਰ ਤੁਹਾਨੂੰ OPT ਮਿਲ ਸਕਦੀ ਹੈ। ਸੋ ਇਹ ਸਾਰੀਆਂ ਛੋਟੀਆਂ ਚੀਜ਼ਾਂ ਦਾ ਸਟੂਡੈਂਟ ਨੂੰ ਧਿਆਨ ਰੱਖਣਾ। ਤੁਸੀਂ ਐਸੋਸੀਏਟ ਡਿਗਰੀ ਕਰਨ ਜਾ ਸਕਦੇ ਹੋ, ਤੁਸੀਂ ਬੈਚਲਰ ਡਿਗਰੀ ਕਰਨ ਜਾ ਸਕਦੇ ਹੋ, ਤੁਸੀਂ MBA ਕਰਨ ਜਾ ਸਕਦੇ ਹੋ, ਤੁਸੀਂ ਮਾਸਟਰ ਡਿਗਰੀ ਕਰਨ ਜਾ ਸਕਦੇ ਹੋ। ਸੋ ਬਹੁਤ ਆਪਸ਼ਨਸ ਹੈਗੀਆਂ। 5.5 ਬੈਂਡ ਦੇ ਨਾਲ ਤੁਹਾਨੂੰ ਸਰਕਾਰੀ ਯੂਨੀਵਰਸਿਟੀ ਮਿਲ ਸਕਦੀ ਹੈ, ਅਫੋਰਡੇਬਲ ਯੂਨੀਵਰਸਿਟੀ ਮਿਲ ਸਕਦੀ ਹੈ, MOI ਬੇਸ ਤੇ ਵੀ ਐਡਮਿਸ਼ਨ ਮਿਲ ਸਕਦੀ ਹੈ। ਐਵਰੀਥਿੰਗ ਇਜ਼ ਪੋਸੀਬਲ। ਮੈਂ ਰੋਜ਼ ਦੇਖਦਾ ਕਿ ਵਿਦਆਊਟ ਆਈਲੈਟਸ USA ਜਾਓ, ਬਿਲਕੁਲ ਜਾਓ। ਇੰਟਰਵਿਊ ਤੁਸੀਂ ਕਲੀਅਰ ਕਰਨੀ ਹੈ। ਇੰਟਰਵਿਊ ਜੇ ਕਲੀਅਰ ਨਹੀਂ ਹੋਏਗੀ ਤਾਂ ਵੀਜ਼ਾ ਦੇ ਜਿਹੜੇ ਚਾਂਸਸ ਹੈਗੇ ਉਹ ਇੰਟਰਵਿਊ ਬੇਸ ਹੀ ਹੈਗੇ ਆ। ਸੋ ਇੱਕ ਪੇਪਰ ਬੇਸਡ ਫਾਈਲ ਹੁੰਦੀ ਹੈ, ਜਿਵੇਂ ਕੈਨੇਡਾ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਪੇਪਰ ਬੇਸਡ ਫਾਈਲ ਹੈ। ਉਹਦੇ 'ਚ ਕੰਸਲਟੈਂਟ ਫਾਰਮ 'ਚ ਗਲਤੀ ਕਰ ਸਕਦਾ, ਉਹਦੇ 'ਚ ਕੰਸਲਟੈਂਟ ਕੋਈ SOP 'ਚ ਗਲਤੀ ਕਰ ਸਕਦਾ, ਉਹਦੇ 'ਚ ਆਪਾਂ ਕੋਈ ਗਲਤ ਡਾਕੂਮੈਂਟ ਲਗਾ ਸਕਦੇ ਹਾਂ। ਬਟ USA ਤੁਹਾਡਾ
ਫੇਸ ਦੇਖ ਕੇ ਵੀਜ਼ਾ ਮਿਲਦਾ। ਸੋ ਉਹਦੇ 'ਚ ਜੇ ਤੁਸੀਂ ਕੌਨਫੀਡੈਂਟਲੀ ਵੀਜ਼ਾ ਆਫਿਸਰ ਨੂੰ ਫੇਸ ਕਰੋਗੇ ਤਾਂ ਵੀਜ਼ਾ ਰੋਕਣ ਤੋਂ ਕੋਈ ਨਹੀਂ ਰੋਕ ਸਕਦਾ। ਮੈਨੂੰ ਲੱਗਦਾ ਕਿ USA ਦਾ ਜਿਹੜਾ ਵੀਜ਼ਾ ਸਿਸਟਮ ਹੈਗਾ ਉਹ ਬੜਾ ਹੀ ਫੇਅਰ ਵੀਜ਼ਾ ਸਿਸਟਮ ਹੈਗਾ। ਤੁਸੀਂ ਜਾਓ, ਤੁਸੀਂ ਕੌਨਫੀਡੈਂਟ ਹੋ, ਹਾਂ ਤੁਸੀਂ ਆਪਣਾ ਨਾਮ ਹੀ ਨਹੀਂ ਦੱਸ ਪਾਓਗੇ ਫਿਰ ਤੁਹਾਨੂੰ ਕੀ ਕਹਿੰਦੇ ਆ ਕਿੱਥੋਂ ਵੀਜ਼ਾ ਮਿਲਣਾ। ਸੋ ਨੋਰਮਲੀ ਮੇਰੇ ਕੋਲ ਬਹੁਤ ਸਾਰੇ ਬੱਚੇ ਆਉਂਦੇ ਸਰ ਕਹਿੰਦੇ ਅਸੀਂ ਦੂਜੇ ਕੁਐਸਚਨ ਦਾ ਜਵਾਬ ਨਹੀਂ ਦੇ ਪਾਏ। ਕਈ ਵਾਰ ਤਾਂ ਕੋਈ ਬੱਚਾ ਨਾਮ ਹੀ ਨਹੀਂ ਦੱਸ ਪਾਇਆ, ਇੰਨੇ ਘਬਰਾ ਗਏ। ਐਂਡ ਸੈਕਿੰਡ ਟਾਈਮ ਫਿਰ ਜਦੋਂ ਜਾਂਦੇ ਆ ਜੇ ਕੌਨਫੀਡੈਂਟਲੀ ਜਾਂਦੇ ਆ ਤਾਂ ਵੀਜ਼ਾ ਵੀ ਮਿਲਦੇ ਆ। ਸੋ ਵੀਜ਼ਾ ਜ਼ਰੂਰ ਮਿਲਦੇ ਆ। ਇੰਟਰਵਿਊ ਕੰਪਲਸਰੀ ਹੈਗੀ, ਇੰਟਰਵਿਊ ਦਾ ਕੋਈ ਵੇਵਰ ਨਹੀਂ ਹੈਗਾ। ਆਈਲੈਟਸ ਤੋਂ ਬਿਨਾਂ ਵੀ USA ਅਪਲਾਈ ਕਰ ਸਕਦੇ ਹੋ, ਬਟ 5.5 ਬੈਂਡ ਹੋਣਗੇ ਤਾਂ ਵਧੀਆ ਗੱਲ ਹੈ ਤੁਹਾਡੇ। ਓਵਰਆਲ 5.5 ਬੈਂਡ ਦੇ ਨਾਲ ਗੁੱਡ ਯੂਨੀਵਰਸਿਟੀ, ਅਫੋਰਡੇਬਲ ਯੂਨੀਵਰਸਿਟੀਜ਼ ਵੀ ਮਿਲ ਸਕਦੀਆਂ। ਓਵਰਆਲ 6 ਬੈਂਡ ਦੇ ਨਾਲ ਮਾਸਟਰ 'ਚ ਐਡਮਿਸ਼ਨ ਵੀ ਮਿਲ ਸਕਦੀ ਹੈ। ਸੋ USA ਵੀ ਇੱਕ ਅੱਛੀ ਡੈਸਟੀਨੇਸ਼ਨ ਹੈ ਜਿੱਥੇ ਤੁਸੀਂ ਜਾ ਸਕਦੇ ਹੋ, ਔਰ USA ਇਜ਼ ਵੈਰੀ ਕਲੋਜ਼ ਟੂ ਕੈਨੇਡਾ। ਸੋ ਜੇ ਤੁਸੀਂ USA ਜਾਂਦੇ ਹੋ ਤਾਂ ਕੈਨੇਡਾ ਦਾ ਵੀਜ਼ਾ ਤਾਂ ਤੁਹਾਨੂੰ ਮਿਲ ਹੀ ਜਾਣਾ। ਸੋ ਜਿਹੜੇ ਬੱਚੇ ਕੈਨੇਡਾ ਜਾਂਦੇ ਆ ਉਹਨਾਂ ਨੂੰ USA ਦਾ ਵੀਜ਼ਾ ਮਿਲ ਜਾਂਦਾ। ਸੋ ਇਹਦੇ 'ਚ ਕੋਈ ਡਾਊਟ ਨਹੀਂ ਹੈਗਾ ਜੀ। ਬਿਲਕੁਲ। ਸੋ US ਬਾਰੇ ਕਾਫੀ ਡਿਟੇਲ 'ਚ ਤੁਸੀਂ ਗੱਲਾਂ ਕੀਤੀਆਂ। ਇੱਥੇ ਮੈਂ ਨਾਲ ਗੈਪ ਬਾਰੇ ਵੀ ਸਵਾਲ ਜ਼ਰੂਰ ਕਰਨਾ ਚਾਹੂੰਗੀ। ਕਿੰਨਾ ਮੈਕਸਿਮਮ ਗੈਪ ਅਸੈਪਟ ਕਰਦੇ ਹੋ ਕਿ ਤੁਸੀਂ ਵੀਜ਼ਾ ਲੈ ਕੇ ਆਏ ਹੋ? ਸੋ ਪਹਿਲੀ ਗੱਲ ਤਾਂ ਦੇਖੋ USA 'ਚ ਗੈਪ ਮੈਟਰ ਨਹੀਂ ਕਰਦਾ। 8 ਸਾਲ 10 ਸਾਲ ਦਾ ਗੈਪ ਹੈਗਾ। ਜਸਟੀਫਾਈਡ ਗੈਪ ਕੈਨੇਡਾ 'ਚ ਵੀ ਕੋਈ ਮੈਟਰ ਨਹੀਂ ਕਰਦਾ, USA 'ਚ ਵੀ ਕੋਈ ਮੈਟਰ ਨਹੀਂ ਕਰਦਾ। ਸੋ ਜੇ ਤੁਹਾਡਾ ਗੈਪ ਹੈ ਤਾਂ USA 'ਚ ਕੋਈ ਮੈਟਰ ਨਹੀਂ ਕਰਦਾ ਕਿ ਤੁਹਾਡਾ ਗੈਪ ਹੈਗਾ। ਸੋ ਜੇ ਗੈਪ ਵਾਲੇ ਸਟੂਡੈਂਟਸ ਬਹੁਤ ਜ਼ਿਆਦਾ USA ਅਪਲਾਈ ਕਰਦੇ ਨੇ, ਬਟ ਜੇ ਤੁਸੀਂ ਰੀਸੈਂਟਲੀ ਪਾਸ ਆਊਟ ਹੈਗੇ ਹੋ ਤਾਂ ਓਬਵੀਅਸਲੀ ਤੁਸੀਂ ਫਰੈਸ਼ ਸਟੂਡੈਂਟ ਹੋ। ਜੇ ਤੁਹਾਡੀ ਸਟੱਡੀਜ਼ ਬਾਰੇ ਤੁਹਾਨੂੰ ਕੁਝ ਪੁੱਛਿਆ ਜਾਏਗਾ ਤਾਂ ਤੁਸੀਂ ਉਹਦਾ ਰਿਪਲਾਈ ਕਰ ਸਕੋਗੇ। ਐਂਡ ਜੇ ਤੁਸੀਂ ਰੀਸੈਂਟਲੀ ਪਾਸ ਆਊਟ ਨਹੀਂ ਹੈਗੇ ਔਰ ਤੁਹਾਨੂੰ ਜੇ ਸਟੱਡੀਜ਼ ਬਾਰੇ ਕੋਈ ਕੁਐਸਚਨ ਪੁੱਛਿਆ ਜਾਏਗਾ ਤਾਂ ਉਹਦਾ ਰਿਪਲਾਈ ਕਰਨਾ ਤੁਹਾਨੂੰ ਔਖਾ ਹੋ ਜਾਏਗਾ। ਸੋ ਨਾਰਮਲੀ ਇੰਟਰਵਿਊ 'ਚ ਤੁਹਾਡੀ ਪ੍ਰੀਵੀਅਸ ਸਟੱਡੀਜ਼ ਪੁੱਛੀ ਜਾਂਦੀ ਹੈ, ਉਹਦੇ 'ਚ ਪੁੱਛਿਆ ਜਾਂਦਾ ਕਿ ਤੁਸੀਂ ਅੱਗੇ ਕੀ ਕਰਨ ਜਾਣਾ, ਉਹਦੇ ਬਾਰੇ ਪੁੱਛਿਆ ਜਾਂਦਾ। ਤੁਸੀਂ ਕਿਹੜੇ ਸ਼ਹਿਰ 'ਚ ਜਾਣਾ ਹੈ, ਕਿਹੜੇ ਕਾਲਜ 'ਚ ਜਾਣਾ ਹੈ, ਤੁਸੀਂ ਇਹ ਕਾਲਜ ਕਿਉਂ ਚੂਜ਼ ਕੀਤਾ, ਹੋਰ ਵੀ ਇੰਨੇ 9000 ਕਾਲਜ ਹੈਗੇ ਆ USA 'ਚ, ਤੁਸੀਂ ਉਹ ਕਿਉਂ ਚੂਜ਼ ਨਹੀਂ ਕੀਤੇ। ਸੋ ਇਦਾਂ ਦੇ ਕੁਐਸਚਨ ਪੁੱਛੇ ਜਾਂਦੇ ਆ। ਬਟ ਜਿਹੜਾ ਮੇਨ ਮੁੱਦਾ ਹੈਗਾ ਉਹ ਫਾਈਨੈਂਸ਼ੀਅਲ। USA 'ਚ ਜਿਹੜੇ ਫਾਈਨੈਂਸ਼ੀਅਲ ਹੈਗੇ ਆ ਉਹ ਇੱਕ ਦਿਨ ਪੁਰਾਣੇ ਸ਼ੋਅ ਕੀਤੇ ਜਾ ਸਕਦੇ ਨੇ, ਬਟ ਇਹਦੇ ਉੱਤੇ ਤੁਹਾਨੂੰ ਜ਼ਰੂਰ ਕੁਐਸਚਨ ਪੁੱਛਿਆ ਜਾਂਦਾ ਹਾਈ ਕਮਿਸ਼ਨ 'ਚ ਕਿ ਕੌਣ ਹੈ ਤੁਹਾਡੇ ਜੋ ਫਾਈਨੈਂਸ਼ੀਅਲ ਸ਼ੋਅ ਕਰ ਰਹੇ ਨੇ ਐਂਡ ਹਾਊ ਯੂ ਵਿਲ ਬੀ ਏਬਲ ਟੂ ਅਫੋਰਡ ਯੂਰ ਸਟੱਡੀਜ਼। ਐਂਡ ਜੇ ਤੁਸੀਂ ਓਨੈਸਟਲੀ ਤੁਹਾਡੇ ਫਾਈਨੈਂਸ਼ੀਅਲਸ ਓਕੇ ਹੋਣਗੇ, ਜੈਨੂਇਨ ਹੋਣਗੇ, ਤੁਹਾਡਾ ਵੀਜ਼ਾ ਲੱਗਣ ਤੇ ਕੋਈ ਰੋਕ ਨਹੀਂ ਸਕਦਾ। ਬਿਲਕੁਲ। ਸੋ ਲੈਂਡਮਾਰਕ ਇਮੀਗ੍ਰੇਸ਼ਨ ਜੋ ਕਿ ਪਿਛਲੇ 14-15 ਸਾਲਾਂ ਤੋਂ ਸਟੂਡੈਂਟਸ ਨੂੰ ਵਧੀਆ ਗਾਈਡੈਂਸ ਦਿੰਦੇ ਆ ਰਹੇ ਨੇ ਔਰ ਇਹਨਾਂ ਦੇ ਥਰੂ ਕਈ ਸਟੂਡੈਂਟਸ ਜੋ ਹੈ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੇ ਨੇ। ਸੋ ਤੁਸੀਂ ਵੀ ਪਿੱਛੇ ਨਾ ਰਹੋ। ਅਗਰ ਹੁਣ ਤੱਕ ਡਿਸੀਜਨ ਲੈਣ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਨਫਿਊਜ਼ਨ ਹੈ ਤਾਂ ਉਸ ਕਨਫਿਊਜ਼ਨ ਨੂੰ ਹੁਣੇ ਹੀ ਤੁਸੀਂ ਦੂਰ ਕਰਨਾ ਹੈ। ਜੋ ਨੰਬਰ ਡਿਸਪਲੇ ਹੈ ਇਸ ਨੰਬਰ ਤੇ ਕਾਲ ਕਰੋ ਅਤੇ ਆਪਣੇ ਸਵਾਲਾਂ ਦੇ ਜਵਾਬ ਜ਼ਰੂਰ ਲਓ। ਔਰ ਬਹੁਤ ਚੰਗਾ ਰਹੇਗਾ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰ ਦਿਓ ਇਹਨਾਂ ਦੇ ਆਫਿਸ। ਸੋ ਵੱਖ-ਵੱਖ ਥਾਵਾਂ ਤੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਆਫਿਸ ਨੇ। ਨੀਚੇ ਸਕਰੋਲ ਦੇ ਵਿੱਚ ਤੁਸੀਂ ਐਡਰੈਸ ਡਿਟੇਲ ਵੀ ਦੇਖ ਪਾ ਰਹੇ ਹੋ। ਤੇ ਅਗਰ ਆਪਾਂ ਸੈਮੀਨਾਰ ਦੀ ਗੱਲ ਕਰੀਏ 24, 25 ਅਤੇ 26 ਫਰਵਰੀ ਨੂੰ ਇਹ ਸੈਮੀਨਾਰਸ ਨੇ। 24 ਨੂੰ ਚੰਡੀਗੜ੍ਹ, 25 ਨੂੰ ਜਲੰਧਰ ਅਤੇ 26 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਹੈ। ਸੋ ਕੈਨੇਡਾ, ਆਸਟ੍ਰੇਲੀਆ, US ਨੂੰ ਲੈ ਕੇ ਕੋਈ ਵੀ ਸਵਾਲ ਹੋਵੇ, ਸਟੂਡੈਂਟ ਜਿੱਥੇ ਵੀ ਇੰਟਰਸਟਿਡ ਹੈ ਤੁਸੀਂ ਇੱਥੇ ਪਹੁੰਚੋ। ਵੱਖ-ਵੱਖ ਕਾਲਜ, ਯੂਨੀਵਰਸਿਟੀਜ਼ ਦੇ ਨੁਮਾਇੰਦੇ ਇੱਥੇ ਹੋਣਗੇ। ਫੇਸ ਟੂ ਫੇਸ ਤੁਸੀਂ ਆਪਣਾ ਹਰ ਡਾਊਟ ਕਲੀਅਰ ਕਰ ਸਕਦੇ ਹੋ ਤੇ ਟਾਈਮਲੀ ਜੋ ਹੈ ਅਪਲਾਈ ਜ਼ਰੂਰ ਕਰ ਸਕਦੇ ਹੋ। ਸੋ ਜਾਂਦੇ ਮੈਂ ਜ਼ਰੂਰ ਚਾਹੂੰਗੀ ਕਿ ਆਪਾਂ ਥੋੜਾ ਕਮਿੰਗ ਇਨਟੇਕਸ ਬਾਰੇ ਵੀ ਸਟੂਡੈਂਟਸ ਨੂੰ ਦੱਸ ਦਈਏ। ਕੈਨੇਡਾ, ਆਸਟ੍ਰੇਲੀਆ, US ਅਪਲਾਈ ਕਰਨ ਬਾਰੇ ਸਟੂਡੈਂਟ ਸੋਚ ਰਹੇ ਨੇ, ਕਿਹੜੇ ਇਨਟੇਕ ਲਈ ਫਟਾਫਟ ਅਪਲਾਈ ਕਰ ਦੇਣ? ਸੋ ਹਰ ਕੰਟਰੀ ਦੇ ਇਨਟੇਕਸ ਡਿਫਰੈਂਟ ਹੁੰਦੇ ਆ। ਜਿਵੇਂ ਅਸੀਂ USA ਦੀ ਗੱਲ ਕਰੀਏ ਤਾਂ ਦੇਖੋ ਹੁਣ ਸਤੰਬਰ ਜਾਂ ਜਨਵਰੀ 24 ਵੀ ਆਪਾਂ ਅਪਲਾਈ ਕਰੀਏ ਬਿਕੋਜ਼ ਸਮਾਂ ਥੋੜਾ ਜਿਹਾ ਲੰਬਾ ਲੱਗਦਾ। ਸੋ ਕੈਨੇਡਾ ਦੀ ਗੱਲ ਕਰੀਏ ਤਾਂ ਆਪਾਂ ਮਈ 'ਚ ਵੀ ਅਪਲਾਈ ਕਰ ਸਕਦੇ ਹਾਂ। 7-7 ਦਿਨ 'ਚ ਵੀਜ਼ੇ ਆ ਰਹੇ ਨੇ ਤਾਂ ਮਈ ਵੀ ਹੱਲੇ ਵੀ ਅਪਲਾਈ ਕਰ ਸਕਦੇ ਜੇ ਤੁਹਾਡੇ ਫੰਡਸ ਰੈਡੀ ਹੈ, ਜੇ ਫੀਸ ਰੈਡੀ ਹੈ, ਟਿਊਸ਼ਨ ਫੀਸ ਰੈਡੀ ਹੈ ਤਾਂ ਆਪਾਂ ਮਈ 'ਚ ਵੀ ਅਪਲਾਈ ਕਰ ਸਕਦੇ ਹਾਂ। ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਅਪਕਮਿੰਗ ਇਨਟੇਕ ਜੂਨ, ਰੋਟੇਸ਼ਨ ਇਨਟੇਕ ਹੈ, 2-2 ਮਹੀਨੇ ਬਾਅਦ ਇਨਟੇਕ ਹੁੰਦਾ। ਜੂਨ, ਜੁਲਾਈ, ਅਗਸਤ, ਸਤੰਬਰ ਇੱਦਾਂ ਦੇ ਇਨਟੇਕਸ ਵੀ ਮਿਲ ਸਕਦੇ ਨੇ ਤੁਹਾਨੂੰ। ਸੋ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਵੀ ਹਰ ਡਿਫਰੈਂਟ ਇਨਟੇਕਸ ਹੈ। ਅਕਤੂਬਰ ਇਨਟੇਕ ਹੈ, ਜੁਲਾਈ ਇਨਟੇਕ ਹੈ। ਅੱਜ ਦੀ ਡੇਟ ਤੁਸੀਂ ਜੁਲਾਈ ਇਨਟੇਕ ਅਪਲਾਈ ਕਰ ਸਕਦੇ ਹੋ ਜਾਂ ਅਕਤੂਬਰ ਇਨਟੇਕ ਅਪਲਾਈ ਕਰ ਸਕਦੇ ਹੋ। ਸਿੰਗਾਪੁਰ ਦੀ ਅਸੀਂ ਗੱਲ ਕਰੀਏ ਤਾਂ ਸਿੰਗਾਪੁਰ 'ਚ ਵੀ ਰੋਟੇਸ਼ਨ ਇਨਟੇਕਸ ਹੈ, ਕੋਈ ਆਈਲੈਟਸ ਨਹੀਂ ਚਾਹੀਦੀ। 10th ਬੇਸ ਤੇ ਵੀ ਤੁਸੀਂ ਸਿੰਗਾਪੁਰ ਜਾ ਸਕਦੇ ਹੋ। ਜਰਮਨੀ 'ਚ ਵੀ ਓਵਰਆਲ 5.5 ਬੈਂਡ ਦੇ ਨਾਲ ਤੁਸੀਂ ਮਾਸਟਰਸ 'ਚ ਅਪਲਾਈ ਕਰ ਸਕਦੇ ਹੋ। ਸੋ ਕੋਈ ਵੀ ਕੰਟਰੀ ਤੁਸੀਂ ਸੋਚਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਤੁਸੀਂ ਵਿਜ਼ਿਟ ਕਰ ਸਕਦੇ ਹੋ। 100% ਜੈਨੂਇਨ ਵੀਜ਼ਾ ਗਾਈਡੈਂਸ ਹੈ। ਸਿਰਫ ਸਟੈਪ ਵਾਈਜ਼ ਪ੍ਰੋਸੀਜਰ ਹੀ ਫੋਲੋ ਕੀਤਾ ਜਾਂਦਾ ਹੈ। ਕਾਲਜ ਦੀ ਆਫਰ ਲੈਟਰ ਆਉਂਦੀ ਹੈ, ਤੁਸੀਂ ਫੀਸ ਪੇ ਕਰਦੇ ਹੋ। ਨਿਊਜ਼ੀਲੈਂਡ 'ਚ ਕੋਈ ਫੀਸ ਪਹਿਲਾਂ ਨਹੀਂ ਜਾਂਦੀ, ਬਟ ਜਿਹੜੇ ਕੰਟਰੀਜ਼ 'ਚ ਫੀਸ ਨਹੀਂ ਪਹਿਲਾਂ ਜਾਂਦੀ ਉਹ USA, ਨਿਊਜ਼ੀਲੈਂਡ,
ਔਰ ਸਿੰਗਾਪੁਰ ਹੈਗੇ ਆ। ਇਸ ਤੋਂ ਇਲਾਵਾ ਸਾਰੇ ਕੰਟਰੀਆਂ 'ਚ ਸਾਨੂੰ ਟਿਊਸ਼ਨ ਫੀਸ ਪਹਿਲਾਂ ਦੇਣੀ ਪੈਂਦੀ ਹੈ। ਸੋ ਸਟੂਡੈਂਟ ਵਿਜ਼ਿਟ ਕਰੋ ਨੀਅਰੈਸਟ ਆਫਿਸ ਔਰ ਆਪਣੇ ਸਾਰੇ ਡਾਊਟਸ ਕਲੀਅਰ ਕਰੋ ਜੀ। ਸੋ ਬਹੁਤ ਬਹੁਤ ਥੈਂਕਸ ਸਰ ਕਿ ਤੁਸੀਂ ਅੱਜ ਕਾਫੀ ਡਿਟੇਲ ਵਿੱਚ ਕਈ ਕੰਟਰੀਜ਼ ਬਾਰੇ ਜੋ ਹੈ ਸਟੂਡੈਂਟਸ ਨੂੰ ਜਾਣਕਾਰੀ ਦਿੱਤੀ ਹੈ ਤੇ ਉਮੀਦ ਕਰਦੀ ਹਾਂ ਕਿ ਜਿੰਨੇ ਵੀ ਸਟੂਡੈਂਟਸ ਜਾਂ ਪੇਰੈਂਟਸ ਸਾਡੇ ਸ਼ੋਅ ਦੇ ਨਾਲ ਲਗਾਤਾਰ ਬਣਦੇ ਨੇ ਸਾਰੀ ਇਨਫੋਰਮੇਸ਼ਨ ਦਾ ਵੱਧ ਤੋਂ ਵੱਧ ਫਾਇਦਾ ਤੁਸੀਂ ਜ਼ਰੂਰ ਚੱਕਣਾ ਹੈ। ਬਾਕੀ ਇਹ ਨੰਬਰ ਜੋ ਹੈ ਤੁਸੀਂ ਸੇਵ ਕਰਕੇ ਜ਼ਰੂਰ ਰੱਖ ਲਓ। ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜੋ ਹੈ ਹੋਰ ਵੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਤੇ ਲਗਾਤਾਰ ਜੋ ਸੈਮੀਨਾਰ ਨੂੰ ਲੈ ਕੇ ਡਿਟੇਲਸ ਵੀ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ। ਸੋ ਵੱਧ ਤੋਂ ਵੱਧ ਫਾਇਦਾ ਇਸ ਸੈਮੀਨਾਰ ਦਾ ਵੀ ਤੁਸੀਂ ਚੱਕ ਸਕਦੇ ਹੋ। ਅੱਗੋਂ ਵੀ ਤੁਹਾਡੇ ਲਈ ਇਸੇ ਤਰੀਕੇ ਨਾਲ ਇਨਫੋਰਮੇਟਿਵ ਸ਼ੋਜ਼ ਲੈ ਕੇ ਅਸੀਂ ਹਾਜ਼ਰ ਹੁੰਦੇ ਰਵਾਂਗੇ। ਫਿਲਹਾਲ ਦੇ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।